ਤੁਸੀਂ ਸਾਰੇ ਜਾਣਦੇ ਹੋ ਕਿ ਵਿਵਾਦ ਹਮੇਸ਼ਾ ਹੀ ਸਾਡੇ ਧਰਮ ਨੂੰ ਲੈ ਕੇ ਕੋਈ ਨਾ ਕੋਈ ਵਿਵਾਦ ਹੋਇਆ ਹੀ ਰਹਿੰਦਾ ਆ ਤੇ ਕਦੇ ਸਾਨੂੰ ਉਸ ਵਿਵਾਦ ਦਾ ਕੋਈ ਹੱਲ ਨਹੀਂ ਮਿਲਿਆ ਤੇ ਉਹ ਕਿਤੇ ਨਾ ਕਿਤੇ ਇੱਕ ਜਿਹੜਾ ਵਿਵਾਦ ਹੁੰਦਾ ਉਹ ਕਿਤੇ ਨਾ ਕਿਤੇ ਦੱਬ ਕੇ ਰਹਿ ਜਾਂਦਾ ਤੇ ਦੂਸਰਾ ਕੋਈ ਹੋਰ ਨਿਕਲ ਆਉਂਦਾ। ਸੋ ਧਰਮ ਦੇ ਨਾਲ ਹਮੇਸ਼ਾ ਖਲਵਾੜ ਹੁੰਦੀ ਆ ਤੇ ਜਦੋਂ ਸਾਡੀ ਗੱਲ ਆਉਂਦੀ ਆ ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਤੇ ਸਾਡੀ ਹਮੇਸ਼ਾ ਕੋਸ਼ਿਸ਼ ਹੁੰਦੀ ਆ ਕਿ ਇਸ ਤੋਂ ਉੱਤੇ ਸਾਡੇ ਲਈ ਕੁਝ ਵੀ ਨਹੀਂਗਾ। ਸੋ ਇਹਦੇ ਲਈ ਸਾਨੂੰ ਕੀ ਕਰਨਾ ਚਾਹੀਦਾ, ਕਿਹੜੀਆਂ ਗੱਲਾਂ ਜਿਹੜੀਆਂ ਸਾਨੂੰ ਪਤਾ ਹੋਣੀਆਂ ਚਾਹੀਦੀਆਂ। ਸੋ ਕਦੇ ਅਸੀਂ ਕਹਿੰਦੇ ਆ ਕਿ ਸਾਡੇ ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀਆਂ ਪਾਵਨ ਬੀੜਾਂ ਦੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਜਿਹੜੇ ਅੰਗ ਆ ਉਹ ਗਲੀਆਂ 'ਚ ਰੁਲ ਰਹੇ ਨੇ, ਕਿਉਂ ਰੁਲ ਰਹੇ ਨੇ, ਸਵਾਲ ਇਹ ਵੀ ਆ। ਤੇ ਕਦੇ ਇਹ ਗੱਲ ਆ ਰਹੀ ਆ ਕਿ ਉਹ ਗੁੰਮ ਗਈਆਂ, ਗਵਾਚ ਗਈਆਂ, 267 ਪਾਵਨ ਬੀੜਾਂ ਦਾ ਕੋਈ ਪਤਾ ਹੀ ਨਹੀਂ ਕਿੱਥੇ ਗਈਆਂ। ਸੋ ਫਿਰ ਇੱਕ ਛੋਟਾ ਜਿਹਾ ਹੁਕਮਨਾਮਾ ਆ ਜਾਂਦਾ, ਉਹਦੇ ਤੇ ਕਿਹਾ ਜਾਂਦਾ ਕਿ ਉਹ ਕੋਈ ਕੰਪਿਊਟਰ ਦੇ ਵਿੱਚ ਟੈਕਨੀਕਲ ਪ੍ਰੋਬਲਮ ਕਰਕੇ ਜਿਹੜੀ ਮਿਸਗਾਈਡ ਹੋਈ ਆ। ਤੇ ਫਿਰ ਇੱਕ ਗੈਸਟ ਆਉਂਦੇ ਆ ਜਿਹੜੇ ਪਹਿਲਾਂ ਮੈਨੇਜਰ ਰਹਿ ਚੁੱਕੇ ਆ ਗੋਲਡ ਆਫਸੈਟ ਪ੍ਰੈਸ ਦੇ, SGPC ਦੇ ਥੱਲੇ ਉਹਨਾਂ ਨੇ ਕੰਮ ਕੀਤਾ, ਪ੍ਰੈਸ ਦੇ ਮੈਨੇਜਰ ਰਹਿ ਚੁੱਕੇ ਆ, ਜਿੱਥੇ ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਪ੍ਰਿੰਟ ਹੁੰਦੇ, ਉਹਨਾਂ ਦੀ ਛਪਾਈ ਹੁੰਦੀ ਆ। ਉਹਨਾਂ ਵੱਲੋਂ ਕਿਹਾ ਜਾਂਦਾ ਆ ਕਿ ਉਹ ਜਿਹੜੇ ਪਾਵਨ ਸਰੂਪ 267 ਦੀ ਗੱਲ ਹੋ ਰਹੀ ਆ, ਸ਼ਾਇਦ ਉਹ ਬਾਹਰ ਚਲੇ ਗਏ ਆ, ਪਰ ਉਹਨਾਂ ਦੀ ਭੇਟਾ ਜਿਹੜੀ ਆਈ ਸੀ ਉਹ ਨਹੀਂ ਕਿਤੇ ਉਹ ਪਰਚੀਆਂ ਦਰਜ ਕੀਤੀਆਂ ਗਈਆਂ। ਸੋ ਅਸੀਂ ਸੱਚ ਕੀ ਮੰਨੀਏ, ਹੋਣਾ ਕੀ ਚਾਹੀਦਾ ਆ, ਕਿਵੇਂ ਛਪਾਈ ਹੋਣੀ ਚਾਹੀਦੀ ਆ, ਕਿਵੇਂ ਇਹ ਸਾਰਾ ਕੁਝ ਹੋਣਾ ਚਾਹੀਦਾ। ਸੋ ਇਹਦੇ ਉੱਤੇ ਖਾਸ ਗੱਲਬਾਤ ਕਰਨ ਦੇ ਲਈ ਅੱਜ ਸਾਡੇ ਨਾਲ ਸਟੂਡੀਓ ਦੇ ਵਿੱਚ ਡਾਕਟਰ ਜਗਜੀਤ ਸਿੰਘ ਜੀ ਆਏ ਹੋਏ ਨੇ। ਤੁਸੀਂ ਸਾਰੇ ਬਾਖੂਬ ਇਹਨਾਂ ਨੂੰ ਜਾਣਦੇ ਹੋ। ਕੋਈ ਵਿਸ਼ਾ ਹੋਵੇ, ਧਰਮ ਦਾ ਹੋਵੇ, ਸਾਡੇ ਆਪਣੇ ਪੰਜਾਬ ਦੇ ਪਾਣੀਆਂ ਦਾ ਹੋਵੇ, ਕੋਈ ਵੀ ਹੋਵੇ, ਹਮੇਸ਼ਾ ਆਪਣੀ ਇਹ ਨੌਲੇਜ ਦੇ ਮੁਤਾਬਕ ਹਮੇਸ਼ਾ ਹੀ ਬੜੀ ਇੱਕ ਸੁਲਝੀ ਹੋਈ ਇਸ ਦੀ ਸਲਾਹ ਲੈ ਕੇ ਅੱਗੇ ਆਉਂਦੇ ਨੇ ਤੇ ਬਹੁਤ ਸਾਰੀਆਂ ਗੱਲਾਂ ਸਾਡੇ ਨਾਲ ਸਾਂਝੀਆਂ ਕਰਦੇ ਨੇ ਫੋਨ ਦੇ ਰਾਹੀਂ ਵੀ, ਪਰ ਅੱਜ ਸਾਡੇ ਸਟੂਡੀਓ 'ਚ ਸ਼ਾਮਲ ਨੇ। ਸੋ ਅੱਜ ਇਹਨਾਂ ਦੇ ਨਾਲ ਅਸੀਂ ਗੱਲਬਾਤ ਕਰਾਂਗੇ ਤੇ ਇਹਨਾਂ ਦੇ ਕੋਲੋਂ ਜਾਣਦੇ ਹਾਂ ਕਿ ਕੀ ਪ੍ਰੋਟੋਕਾਲ ਆ ਜਿਹੜੇ ਸਾਨੂੰ ਫੋਲੋ ਕਰਨੇ ਚਾਹੀਦੇ ਆ, ਕਿਵੇਂ ਅਸੀਂ ਇਹ ਸਾਰਾ ਕੁਝ ਰੋਕ ਸਕਦੇ ਆ। ਸੋ ਆਓ ਇਹਨਾਂ ਨੂੰ ਜੀ ਆਇਆਂ ਕਹਿੰਦੇ ਆ। ਡਾਕਟਰ ਜਗਜੀਤ ਸਿੰਘ ਜੀ, ਜੀ ਆਇਆਂ ਨੂੰ ਤੁਹਾਨੂੰ। ਸਤਿ ਸ਼੍ਰੀ ਅਕਾਲ ਜੀ। ਸਾਰੇ ਸਰੋਤਿਆਂ ਨੂੰ, ਸਾਰੇ ਦੇਖਣ ਵਾਲਿਆਂ ਨੂੰ ਸਤਿ ਸ਼੍ਰੀ ਅਕਾਲ। ਤੇ ਸਤਿ ਸ਼੍ਰੀ ਅਕਾਲ ਡਾਕਟਰ ਜਗਜੀਤ ਸਿੰਘ ਜੀ, ਜਦੋਂ ਅਸੀਂ ਗੱਲ ਕਰਦੇ ਹਾਂ, ਤੁਸੀਂ ਵੀ ਆਏ ਦਿਨ ਦੇਖਦੇ ਰਹਿੰਦੇ ਆ ਕਿ ਸਾਡੇ ਕੋਲ ਕੁਛ ਨਾ ਕੁਛ ਸਾਡੇ ਆਪਣੇ ਮੀਡੀਆ ਰਾਹੀਂ ਤੁਸੀਂ ਵੀ ਹਮੇਸ਼ਾ ਸੁਣਦੇ ਹੋ ਕਿ ਕਦੇ ਕਿਤੇ ਸਾਡੇ ਗੁਰੂ ਸਾਹਿਬ ਦੇ ਪਾਵਨ ਸਰੂਪਾਂ ਦੇ ਬੇਅਦਬੀ ਹੁੰਦੀ ਆ, ਬਰਗਾੜੀ ਅਸੀਂ ਕਾਂਡ ਦੀ ਗੱਲ ਕਰੀਏ, ਜਾਂ ਅਸੀਂ ਅੰਗ ਗਲੀਆਂ 'ਚ ਰੋਲੇ ਗਏ ਉਹਦੀ ਗੱਲ ਕਰੀਏ, ਤੇ ਜਾਂ 267 ਪਾਵਨ ਬੀੜਾਂ ਜਿਹੜੀਆਂ ਕਿ ਕਹਿੰਦੇ ਗੁੰਮ ਗਈਆਂ, ਗਵਾਚ ਗਈਆਂ, ਉਹਨਾਂ ਦਾ ਉਹ ਪਤਾ ਹੀ ਨਹੀਂ ਕਿੱਥੇ ਆ। ਔਰ ਫਿਰ ਅਚਾਨਕ ਹੀ ਆ ਜਾਂਦਾ ਕਿ ਨਹੀਂ ਜੀ ਉਹਨਾਂ ਦੀ ਕੋਈ ਇਹੋ ਜੀ ਭੇਟਾ ਨਹੀਂ ਉਹਨਾਂ ਦੀ ਆਈ। ਸੋ ਇਹੋ ਜਿਹਾ ਹੋ ਕਿਉਂ ਰਿਹਾ, ਕਿਹੜੇ ਪ੍ਰੋਟੋਕਾਲ ਆ ਜਿਹੜੇ ਫੋਲੋ ਕਰਨੇ ਚਾਹੀਦੇ ਆ? ਸੋ ਤੁਸੀਂ ਅੱਜ ਸਾਡੇ ਨਾਲ ਇਹਦੇ ਉੱਤੇ ਪੂਰੀ ਡਿਟੇਲ ਦੇ ਨਾਲ ਗੱਲ ਕਰੋ ਜੀ। ਹਾਂਜੀ, ਇਹਦੇ ਵਿੱਚ 267 ਕਈ ਵਾਰੀ ਤਾਂ ਹੁਣ ਕਹਿ ਰਹੇ 328, ਹੁਣ ਤਾਂ 328 ਹੋ ਗਿਆ। ਹਾਂਜੀ, ਕੁਝ ਅੱਗੇ ਨੰਬਰਸ ਆ ਰਹੇ ਆ। ਇਹ ਸਾਰੀ ਚੀਜ਼ ਨੂੰ ਅਗਰ ਅਸੀਂ ਬਿਲਕੁਲ ਧਿਆਨ ਨਾਲ ਦੇਖੀਏ, ਠੀਕ ਹੈ, ਅਸੀਂ ਇਮੋਸ਼ਨਲ ਹੋ ਕੇ, ਗੁਰੂ ਗ੍ਰੰਥ ਸਾਹਿਬ ਸਾਡੇ ਗੁਰੂ ਹੈ, ਬਾਣੀ ਸਾਡੀ ਗੁਰੂ ਹੈ, ਅਸੀਂ ਉਹਦੇ ਅੱਗੇ ਮੱਥਾ ਟੇਕਦੇ ਹਾਂ, ਸਤਿਕਾਰ ਕਰਦੇ ਹਾਂ, ਸਭ ਕੁਝ ਕਰਦੇ ਹਾਂ, ਉਹ ਬਿਲਕੁਲ ਸਹੀ ਹੈ, ਅਸੀਂ ਉਹਦੇ ਵਿੱਚ ਕੋਈ ਦੋ ਰਾਏ ਨਹੀਂ ਰੱਖਦੇ। ਪਰ ਜਿਹੜਾ ਉਹਦੀ ਛਪਾਈ ਹੈ ਉਹ ਸਾਡੇ ਲਈ ਬਹੁਤ ਇੰਪੋਰਟੈਂਟ ਹੈ ਤੇ ਉਹਦੇ ਲਈ ਕੋਈ ਪ੍ਰੋਟੋਕੋਲ, ਇੱਕ ਸਿਸਟਮ ਹੋਣਾ ਚਾਹੀਦਾ ਹੈ ਕਿ ਜਿਹਦੇ ਨਾਲ ਉਹਦੀ ਛਪਾਈ ਹੋ ਸਕੇ। ਛਪਾਈ ਦੇ ਕਈ ਪਹਿਲੂ ਆ ਜਿਹੜੇ, ਜਿੱਦਾਂ ਦੀ ਸਾਡੀ ਆਰਗੇਨਾਈਜੇਸ਼ਨ ਹੈ SGPC, ਉਹਦੇ ਵਿੱਚ ਇਹਨਾਂ ਦੇ ਕਈ ਪਹਿਲੂ ਹੈਗੇ ਜਿਹੜੇ ਹੋਣੇ ਚਾਹੀਦੇ। ਮੇਰੇ ਹਿਸਾਬ ਨਾਲ ਇਹ ਜੇ ਸਿਰਫ ਗੁਰੂ ਗ੍ਰੰਥ ਸਾਹਿਬ ਦੀ ਛਪਾਈ ਦੀ ਅੱਜ ਅਸੀਂ ਗੱਲ ਕਰ ਰਹੇ ਹਾਂ, ਅਸੀਂ ਗੁਟਕੇ ਦੀ ਜਾਂ ਹੋਰਾਂ ਦੀ ਗੱਲ ਨਹੀਂ ਕਰ ਰਹੇ। ਬਿਲਕੁਲ ਜੀ, ਸਿਰਫ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਛਪਾਈ ਦੀ ਗੱਲ ਹੋ ਰਹੀ ਹੈ। ਅਸੀਂ ਕੰਸੰਟਰੇਟ ਕਰਾਂਗੇ, ਭਾਵੇਂ ਉਹ ਇੱਕ ਵੱਖਰਾ ਵਿਸ਼ਾ ਹੈ ਕਿਉਂਕਿ ਉਹ ਵੀ ਬਾਣੀ ਹੈ ਜੀ। ਸੈਂਚੀਆਂ, ਗੁਟਕੇ, ਸਾਰੀ ਬਾਣੀ ਹੈ, ਉਹਨੂੰ ਕਿੱਦਾਂ ਕੰਟਰੋਲ ਕਰਨਾ ਉਹ ਵੀ ਇੱਕ ਵੱਖਰਾ ਇਸ਼ੂ ਹੈ। ਪਰ ਅਸੀਂ ਅੱਜ ਸਿਰਫ ਤੇ ਸਿਰਫ ਫੋਕਸ ਕਰਾਂਗੇ ਕਿ ਗੁਰੂ ਗ੍ਰੰਥ ਸਾਹਿਬ ਦੇ ਉੱਤੇ ਛਪਾਈ ਤੇ ਉਹਦੀ ਕਰਨ ਦੇ। ਤੁਸੀਂ ਜਿੰਨੇ ਵੀ ਮਸਲੇ ਦੇਖਦੇ ਪਿਓ, ਜਿੰਨੇ ਵੀ ਹੁਣ ਤੁਸੀਂ ਰੈਫਰ ਕੀਤੇ ਆ ਜਾਂ ਹੋਰ ਵੀ ਰੈਫਰ ਕੀਤੇ ਆ, ਇਹ ਸਾਰੇ ਮਸਲੇ ਇਹ ਹੈ ਕਿ ਬੀੜਾਂ ਕਿੱਥੇ ਗਈਆਂ, ਇਹਦਾ ਮਤਲਬ ਬੀੜਾਂ ਛਪੀਆਂ ਤੇ ਹੈ ਜੀ, ਤਾਂ ਹੀ ਗੁੰਮੀਆਂ। ਜੇ ਅੰਗ ਸੜਕਾਂ ਤੇ ਮਿਲੇ ਤਾਂ ਇਹਦਾ ਮਤਲਬ ਛਪੇ ਤਾਂ ਹੈ ਜੀ, ਪ੍ਰਿੰਟਿੰਗ ਤਾਂ ਹੋਈ ਹੈ, ਤਾਂ ਹੀ ਅੱਗੇ ਗੱਲ ਹੋਈ।
ਸੋ ਪਰ ਅਸੀਂ ਆਇਡੈਂਟੀਫਾਈ ਨਹੀਂ ਕਰ ਪਾ ਰਹੇ ਕਿ ਕਿੱਥੋਂ ਹੋਈ ਤੇ ਉਹ ਕਿੱਦਾਂ ਪਹੁੰਚੇ। ਸੋ ਪ੍ਰੋਬਲਮ ਲਾਈਜ਼ ਵਿਦ ਦੀ ਡਿਸਟ੍ਰੀਬਿਊਸ਼ਨ ਸਿਸਟਮ। ਪਰ ਇਹਦੇ ਪਿੱਛੇ ਚੱਲ ਕੇ ਦੇਖੀਏ ਕਿ ਕਿੱਦਾਂ ਇਹਦੀ ਪ੍ਰਿੰਟਿੰਗ ਕਿੱਦਾਂ ਹੈ। SGPC ਦੀ ਇੱਕ ਪ੍ਰਿੰਟਿੰਗ ਪ੍ਰੈਸ ਹੈ। SGPC ਕੋਲ ਡਿਮਾਂਡ ਜਾਂਦੀ ਹੈ ਤੇ SGPC ਪ੍ਰਿੰਟਿੰਗ ਪ੍ਰੈਸ ਨੂੰ ਕਹਿੰਦੀ ਹੈ ਬਈ ਸਾਨੂੰ ਇੰਨੀਆਂ ਬੀੜਾਂ ਚਾਹੀਦੀਆਂ। ਲੈਟ ਅਸ ਅਸਿਊਮ ਕਿ ਉਹ ਕਹਿੰਦੇ ਆ ਕਿ 5000 ਬੀੜਾਂ ਚਾਹੀਦੀਆਂ। ਪਰ ਜਦੋਂ ਕਮੇਟੀ ਉਹਨਾਂ ਨੂੰ ਆਰਡਰ ਕਰਦੀ ਹੈ ਕਿ 5000 ਬੀੜਾਂ ਚਾਹੀਦੀਆਂ, ਉਸ ਵੇਲੇ ਕਮੇਟੀ ਨੂੰ ਡਿਸਾਈਡ ਕਰਨਾ ਚਾਹੀਦਾ ਕਿ ਇਹ ਬੀੜਾਂ ਦੇ ਚ ਕਿਹੜਾ ਬੈਚ ਨੰਬਰ ਲੱਗੇਗਾ, ਕਿੱਦਾਂ ਜਿਹੜੀਆਂ ਛਪਣੀਆਂ ਉਹਦੀ ਕੀ ਆਇਡੈਂਟੀਫਿਕੇਸ਼ਨ ਹੋਏਗੀ, ਤਾਂ ਕਿ ਸਾਰੀਆਂ ਜਦੋਂ ਅਸੀਂ ਇੱਕੋ ਜਿਹੀਆਂ ਬੀੜਾਂ ਛਾਪ ਰਹੇ ਹਾਂ ਤੇ ਕਿੱਦਾਂ ਆਇਡੈਂਟੀਫਾਈ ਕਰਾਂਗੇ ਕਿ ਬਈ ਫਲਾਣੀ ਬੀੜ ਵਿੱਚੋਂ ਅੰਗ ਵੱਟ ਗਏ ਆ। ਸੋ ਸਾਨੂੰ ਹਰ ਬੀੜ ਨੂੰ ਇੱਕ ਡਿਫਰੈਂਟ ਆਇਡੈਂਟੀਫਿਕੇਸ਼ਨ ਨੰਬਰ ਦੇਣਾ ਚਾਹੀਦਾ ਜੀ। ਸੋ SGPC ਨੂੰ ਪ੍ਰੈਜ਼ੈਂਟ ਕਰਨ ਲਈ ਇੱਕ ਪ੍ਰੋਟੋਕੋਲ ਹੋਣਾ ਚਾਹੀਦਾ ਕਿ ਜਿਹੜਾ ਉਹ ਪ੍ਰਿੰਟਿੰਗ ਪ੍ਰੈਸ ਨਾਲ ਕਮਿਊਨੀਕੇਟ ਕਰੇ। ਸਿਰਫ ਉਹਨਾਂ ਨੂੰ ਲਿਖ ਕੇ ਭੇਜ ਦੇਣਾ ਕਿ 5000 ਬੀੜਾਂ ਦੇ ਦਿਓ, ਇਹ ਸਫੀਸ਼ੀਐਂਟ ਨਹੀਂ ਹੈ। ਸੈਕੰਡ ਸਟੈਪ, ਇਹ ਇੱਕ ਸਟੈਪ ਬੜੇ ਡਿਟੇਲ ਵਿੱਚ ਵਰਕਆਊਟ ਕਰਨਾ ਪਿਆ। ਸੈਕੰਡ ਸਟੈਪ ਹੈਗਾ ਕਿ ਜਿਹੜੀ ਪ੍ਰਿੰਟਿੰਗ ਪ੍ਰੈਸ ਹੈ ਉਹ ਫਰੇਮ ਕਿੱਦਾਂ ਬਣਾਉਂਦੀ ਹੈ। ਕੱਲ ਅਸੀਂ ਪ੍ਰੈਸ ਵਾਲਿਆਂ ਕੋਲੋਂ ਪੁੱਛਿਆ, ਉਹਨਾਂ ਨੇ ਕਿਹਾ ਜੀ 181 ਫਰੇਮ ਬਣਦੇ ਆ ਟੋਟਲ ਗੁਰੂ ਗ੍ਰੰਥ ਸਾਹਿਬ ਦੇ। ਬਿਲਕੁਲ ਠੀਕ ਹੈ। ਉਹਨਾਂ ਦੀ ਕਿੱਦਾਂ ਪ੍ਰੂਫ ਰੀਡਿੰਗ ਹੁੰਦੀ ਹੈ, ਕਿੱਦਾਂ ਉਹਦੀ ਐਕੂਰੇਸੀ ਮੇਨਟੇਨ ਹੁੰਦੀ, ਉਹਨਾਂ ਦਾ ਕੀ ਪ੍ਰੋਟੋਕੋਲ ਆ, ਵਾਕਈ ਉਹ ਸਿਸਟਮ ਨੂੰ ਫੋਲੋ ਕਰ ਰਹੇ ਆ ਕਿ ਨਹੀਂ ਕਰ ਰਹੇ, ਕਿ ਕਿਧਰੇ ਕੋਈ ਗੜਬੜ ਤਾਂ ਨਹੀਂ ਹੋ ਰਹੀ, ਉਹ ਇੱਕ ਸੈਪਰੇਟ ਆ ਗਿਆ। ਜਦੋਂ ਉਹਨਾਂ ਨੇ ਪ੍ਰਿੰਟ ਕਰ ਲਿਆ, ਉਸ ਤੋਂ ਬਾਅਦ ਬਾਈਂਡਿੰਗ ਤੇ ਆ ਗਈ। ਬਾਈਂਡਿੰਗ ਤੇ ਫਿਰ ਉਹਨਾਂ ਨੂੰ ਇਹ ਹੈ ਕਿ ਟ੍ਰਾਂਸਫਰ ਕਰਨਾ। ਹੁਣ ਉਹਨਾਂ ਨੇ ਉਹ ਬੀੜਾਂ SGPC ਨੂੰ ਟ੍ਰਾਂਸਫਰ ਕਰਨੀਆਂ। ਸੋ ਦੇ ਸ਼ੁੱਡ ਹੈਵ ਅ ਫੁੱਲ ਰਿਕਾਰਡ, ਕਿੰਨੀਆਂ ਬੀੜਾਂ ਸੀ ਉਹਨਾਂ ਨੂੰ ਦਿੱਤੀਆਂ, ਕੀ ਉਹਨਾਂ ਦੇ ਨੰਬਰ ਸੀ, ਕੀ ਉਹਨਾਂ ਦਾ ਬੈਚ ਸੀ, ਕੀ ਉਹਦਾ ਸਾਰਾ ਕੁਝ ਉਹਨਾਂ ਕੋਲ ਡਿਟੇਲ ਹੋਣੀ ਚਾਹੀਦੀ ਜੀ। ਚੌਥੀ ਪ੍ਰੋਬਲਮ, ਜਿਹੜੀ ਸਭ ਤੋਂ ਵੱਡੀ ਪ੍ਰੋਬਲਮ ਹੁਣ ਇਸ ਵੇਲੇ ਆ ਰਹੀ ਹੈ, ਉਹ ਇਹ ਹੈ ਕਿ SGPC ਡਿਸਟ੍ਰੀਬਿਊਟ ਕਰਦੀ ਹੈ ਜੀ। ਤਦੇ ਅਸੀਂ ਕਹਿੰਦੇ ਬੀੜਾਂ ਗੁੰਮ ਗਈਆਂ ਜੀ। ਡਿਸਟ੍ਰੀਬਿਊਸ਼ਨ ਚੋਂ ਗੁੰਮੀਆਂ ਬੀੜਾਂ ਤੇ ਬਣ ਕੇ ਆ ਗਈਆਂ ਜੀ। ਤੇ ਡਿਸਟ੍ਰੀਬਿਊਸ਼ਨ, ਕੀ ਅਸੀਂ ਕੋਈ ਐਸਾ ਸਿਸਟਮ ਬਣਾਇਆ ਇਨਵੈਂਟਰੀ ਕੰਟਰੋਲ ਦਾ, ਕੀ ਉਹਨਾਂ ਦੀ ਮੂਵਮੈਂਟ ਦਾ, ਕੀ ਉਹਦਾ ਕੁਛ ਵੀ ਸਿਸਟਮ? ਜਿੰਨੀ ਟੈਕਨੋਲੋਜੀ ਵੱਧ ਚੁੱਕੀ ਹੈ, SGPC ਦੀ ਜੇ ਪੁੱਛੇਕੜ ਜਾਈਏ ਤਾਂ ਠੀਕ ਹੈ 100 ਸਾਲ ਪਹਿਲਾਂ ਬਣੀ, 100 ਸਾਲ ਵਿੱਚ ਟੈਕਨੋਲੋਜੀ ਕਿੱਥੋਂ ਤੋਂ ਕਿੱਥੇ ਪਹੁੰਚ ਗਈ ਹੈ। ਕੀ ਅਸੀਂ ਉਸ ਟੈਕਨੋਲੋਜੀ ਨੂੰ ਯੂਜ਼ ਕਰਕੇ ਅੱਗੇ ਆਪਣੇ ਚ ਲਿਆ ਸਕੇ ਜੀ? ਸੋ ਮੈਂ ਇਹ ਸੋਚਦਾ ਕਿ ਜਿਹੜੀ ਇਹ ਪ੍ਰੋਬਲਮਸ ਆਈਆਂ, ਇਹ ਇਮੋਸ਼ਨ ਨਾਲੋਂ ਜ਼ਿਆਦਾ ਇੰਟੈਲੈਕਚੁਅਲ ਪ੍ਰੋਬਲਮ ਤੇ ਸਿਸਟਮ ਦੀਆਂ ਪ੍ਰੋਬਲਮਸ ਆ। ਜੇ ਅਸੀਂ ਸਾਰੇ ਸਿਰ ਜੋੜ ਕੇ ਦਿਮਾਗ ਨਾਲ ਸੋਚੀਏ ਕਿ ਕਿੱਦਾਂ ਅਸੀਂ, ਨਾ ਕਿ ਦਿਲ ਨਾਲ, ਕਿ ਕਿੱਦਾਂ ਅਸੀਂ ਉਹਨਾਂ ਨੂੰ ਕੰਟਰੋਲ ਕਰਨਾ ਹੈ, ਕਿੱਦਾਂ ਅਸੀਂ ਉਹਨਾਂ ਨਾਲ ਹਰ ਚੀਜ਼ ਮੈਥਡ ਨਾਲ, ਕਿਹੜੇ ਮੈਥਡ ਹੈਗੇ ਆ ਜਿਹੜੇ ਇਸ ਵੇਲੇ ਦੁਨੀਆ 'ਚ ਅਵੇਲੇਬਲ ਹੈ ਜੀ, ਜਿਨ੍ਹਾਂ ਨਾਲ ਅਸੀਂ ਇਹ ਸਾਰਾ ਕੰਟਰੋਲ ਮੇਜਰ ਬਣਾ ਸਕਦੇ ਹਾਂ ਤੇ ਉਹਨਾਂ ਨੂੰ ਅਪਲਾਈ ਕਰੀਏ ਜੀ। ਸੋ ਮੈਂ ਇਸ ਪੁਆਇੰਟ ਤੇ ਜ਼ਿਆਦਾ ਸਟ੍ਰੈਸ ਦਿਆਂਗਾ। ਤੇ ਪੰਜਵਾਂ ਪ੍ਰੋਸੈਸ ਜਿਹੜਾ ਮੈਂ ਮਹਿਸੂਸ ਕਰਦਾ, ਜਦੋਂ ਬੀੜ ਉੱਥੋਂ ਸਤਿਕਾਰ ਨਾਲ 5 ਬੰਦੇ ਲੈ ਜਾਂਦੇ ਆ ਜੀ, ਉਸ ਵੇਲੇ ਤਾਂ ਤੁਸੀਂ ਭੇਜ ਦਿੱਤੀ, ਤੁਸੀਂ ਇੱਕ ਪ੍ਰੋਟੋਕੋਲ ਬਣਾ ਲਿਆ ਕਿ 5 ਸਿੰਘ ਸਾਹਿਬਾਨ ਆਣ, ਫਲਾਣੀ ਚੀਜ਼ ਲੈ ਜਾਣ, ਸਭ ਕੁਝ ਠੀਕ ਹੈ, ਚਲੋ ਜੋ ਵੀ ਬਣਾ ਲਿਆ SGPC ਨੇ, ਵੀ ਡੋਂਟ ਕੁਐਸਚਨ ਜੀ। ਉਹ ਲੈ ਜਾਂਦੇ ਆ, ਉਸ ਤੋਂ ਬਾਅਦ ਉਹ ਕਿੱਥੇ ਬੀੜ ਜਾਂਦੀ ਹੈ, ਉਹਦੀ ਕਿੱਦਾਂ ਟਰੈਕਿੰਗ ਹੋਏਗੀ, ਇਹਦੇ ਬਾਰੇ ਕੋਈ ਕਿਸੇ ਨੂੰ ਨਹੀਂ ਪਤਾ
ਜੀ ਇਹੀ ਰੀਜ਼ਨ ਹੈ ਕਿ ਜਦੋਂ ਤੁਸੀਂ ਕੈਨੇਡਾ ਭੇਜੀਆਂ ਬੀੜਾਂ, ਕਦੀ ਬੱਸ 'ਚ ਭੇਜਤੀਆਂ, ਅੱਗੇ ਕਿੱਥੇ ਗਈਆਂ ਉਹ ਬੀੜਾਂ ਕਿਸੇ ਨੂੰ ਨਹੀਂ ਪਤਾ। ਕੀ ਉਹਨਾਂ ਦਾ ਪ੍ਰੋਪਰ ਸਤਿਕਾਰ ਹੋ ਰਿਹਾ, ਨਹੀਂ ਹੋ ਰਿਹਾ, ਕਿੱਥੇ ਹੈ, ਕੀ ਹੋਇਆ, ਕਿਸੇ ਨੂੰ ਕੁਝ ਨਹੀਂ ਪਤਾ। ਕਿਉਂਕਿ ਅਸੀਂ ਕੋਈ ਸਿਸਟਮ ਐਦਾਂ ਦਾ ਬਣਾਇਆ ਹੀ ਨਹੀਂ ਜਿਹਦੇ ਵਿੱਚ ਅਸੀਂ ਇਹ ਸਾਰੀਆਂ ਚੀਜ਼ਾਂ ਨੂੰ ਕੰਟਰੋਲ ਕਰੀਏ। ਸੋ ਮੈਂ ਜ਼ਿਆਦਾ ਕੰਸਨਟਰੇਟ ਅੱਜ ਕਰੂੰਗਾ ਕਿ ਜਿਹੜੀ ਬੀੜ ਅਸੀਂ ਬੰਨ੍ਹਦੇ ਹਾਂ ਉਹਦੇ ਉੱਤੇ ਕੀ ਮੈਥਡ ਕੰਟਰੋਲ ਹੋਵੇ, ਤਾਂ ਕਿ ਉਹ ਜਿਹੜੇ ਬਾਕੀ ਦੇ ਸਾਡੇ 4 ਪ੍ਰੋਸੈਸਸ ਹੈਗੇ ਆ ਉਹਨਾਂ ਨਾਲ ਉਹ ਕਿੱਦਾਂ ਰਿਲੇਟ ਹੁੰਦੀ ਜਾਵੇ, ਤੇ ਸਾਰਾ ਡਾਟਾਬੇਸ ਔਰ ਵਰਲਡ ਦੇ ਵਿੱਚ ਜਿਹੜੀਆਂ ਟੈਕਨੋਲੋਜੀ ਚੱਲ ਰਹੀ ਆ ਉਹਨਾਂ ਨੂੰ ਕਿੱਦਾਂ ਯੂਜ਼ ਕਰਕੇ ਅਸੀਂ ਐਕੂਰੇਸੀ ਤੇ ਲੋਕੇਸ਼ਨਲ ਸਰਵਿਸਿਜ਼ ਨੂੰ ਇੰਪਲੀਮੈਂਟ ਕਰ ਸਕੀਏ। ਔਰ ਇਹਦੇ ਲਈ SGPC ਨੂੰ ਮੇਰੇ ਹਿਸਾਬ ਨਾਲ ਜਥੇਦਾਰਾਂ ਨਾਲੋਂ ਜ਼ਿਆਦਾ ਟੈਕਨੀਕਲ ਬੰਦਿਆਂ ਦੀ ਜ਼ਿਆਦਾ ਜ਼ਰੂਰਤ ਹੈ। ਉਹਨਾਂ ਨੂੰ ਟੈਕਨੀਕਲ ਫੈਸਿਲਿਟੀ ਲੈਣੇ ਚਾਹੀਦੇ ਆ, ਆਈਡੀਆਜ਼ ਲੈਣੇ ਚਾਹੀਦੇ ਆ, ਕਮੇਟੀ ਬਣਾਉਣੀਆਂ ਚਾਹੀਦੀਆਂ, ਔਰ ਆਲਮੋਸਟ ਐਵਰੀ 5 ਈਅਰ ਪ੍ਰੋਟੋਕੋਲਸ, ਪੂਰੇ ਬਿਲਕੁਲ ਰਿਟਨ ਪ੍ਰੋਟੋਕੋਲਸ ਹੋਣੇ ਚਾਹੀਦੇ। ਵਰਲਡ ਵਿੱਚ ਜਦੋਂ ਅਸੀਂ ਕਿਸੇ ਵੀ ਕੰਟਰੀ 'ਚ ਕਰੰਸੀ ਛਾਪਦੇ ਹਾਂ, ਕਰੰਸੀ ਕਿੱਦਾਂ ਛਪੇਗੀ, ਕੌਣ ਆਰਡਰ ਦੇਗਾ, ਕੀ ਨੰਬਰ ਹੋਏਗਾ, ਹਰ ਕਰੰਸੀ ਦਾ ਨੰਬਰ ਹੈ, ਉਹਦੀ ਆਇਡੈਂਟੀਫਿਕੇਸ਼ਨ ਹੈ, ਉਹਦਾ ਰੈਕਰਡ ਹੈ। ਸਾਡੇ ਲਈ ਗੁਰੂ ਗ੍ਰੰਥ ਸਾਹਿਬ ਕਰੰਸੀ ਦੇ ਬਰਾਬਰ। ਬਿਲਕੁਲ ਜੀ, ਜਿਵੇਂ ਅਸੀਂ ਕਰੰਸੀ ਦਾ ਸਾਰਾ ਟਰੈਕ ਆ ਕਿ ਕਿਹੜਾ ਸੀਰੀਅਲ ਨੰਬਰ ਆ, ਨੋਟ ਨਕਲੀ ਅਸਲੀ ਅਸੀਂ ਝੱਟ ਪਤਾ ਕਰ ਲੈਨੇ ਆ, ਨੋਟ ਕਿੱਥੇ ਗਏ ਆ, ਕਿੱਥੇ ਇਸ ਟਾਈਮ ਹੈਗੇ, ਟਰੈਕ ਹੁੰਦਾ। ਤੇ ਫਿਰ ਸਾਡੇ ਲਈ ਸ੍ਰੀ ਗੁਰੂ ਗ੍ਰੰਥ ਸਾਹਿਬ ਤਾਂ ਸਾਡੇ ਸਾਰੇ ਕਾਸੇ ਤੋਂ ਉੱਪਰ ਆ। ਫਿਰ ਇਹਦੇ ਲਈ ਅਸੀਂ ਇੰਨੀ ਉਸ ਨਾਲ ਕੰਪੈਰੀਜ਼ਨ ਕਰੀਏ ਤਾਂ ਸਾਡੇ ਲਈ ਤਾਂ ਬਹੁਤ ਥੋੜਾ ਹੈ ਕੁਆਂਟੀਟੀ ਵਾਈਜ਼। ਜਿੰਨੀ ਕਰੰਸੀ ਵਰਲਡ ਵਿੱਚ ਜੇ US ਡਾਲਰ ਚੱਲਦਾ ਹੈ ਤਾਂ ਉਹਦੇ ਮੁਤਾਬਿਕ ਤਾਂ ਬਹੁਤ ਘੱਟ ਹੈਗੇ ਗੁਰੂ ਗ੍ਰੰਥ ਸਾਹਿਬ, ਪਰ ਉਹਦੀ ਐਕੂਰੇਸੀ ਤਾਂ ਉਹ ਤਾਂ ਉਨੀ ਪ੍ਰੋਟੋਕੋਲ ਉਸ ਲੈਵਲ ਦਾ ਹੋਣਾ ਚਾਹੀਦਾ। ਉਹ ਜਿਹੜਾ ਪ੍ਰੋਟੋਕੋਲ ਹੈ ਉਹ ਡਿਜ਼ਾਈਨ ਕੀਤਾ ਜਾਏ SGPC ਨੂੰ। ਮੈਨੂੰ ਹੈਰਾਨੀ ਦੀ ਗੱਲ ਇਹ ਹੈ ਕਿ ਅੱਜ 3 ਸਾਲ ਹੋ ਗਏ ਜਿਹੜਾ ਆਪਣੇ ਅੰਗਾਂ ਦਾ ਕੇਸ ਚੱਲਦੇ ਹੋਏ, SGPC ਨੇ ਕੋਈ ਧਿਆਨ ਨਹੀਂ ਦਿੱਤਾ ਕਿ ਅਸੀਂ ਉਹਦਾ ਸਿਸਟਮ ਠੀਕ ਕਰੀਏ। 3 ਸਾਲਾਂ ਵਿੱਚ ਤਾਂ ਇੰਪਲੀਮੈਂਟ 6 ਮਹੀਨਿਆਂ 'ਚ ਤਾਂ ਇੰਪਲੀਮੈਂਟ ਹੋ ਸਕਦਾ, ਜੇ ਨੀਅਤ ਹੋਵੇ ਤਾਂ ਅਸੀਂ 6 ਮਹੀਨਿਆਂ 'ਚ ਅਸੀਂ ਇੰਪਲੀਮੈਂਟ ਕਰ ਸਕਦੇ ਹਾਂ। ਸੋ ਇੰਪਲੀਮੈਂਟੇਸ਼ਨ, ਡਿਜ਼ਾਈਨ ਕਰਨਾ ਤੇ ਇੰਪਲੀਮੈਂਟ ਕਰਨਾ, ਫਿਰ ਉਸ ਡਿਜ਼ਾਈਨ ਨੂੰ ਅਪਗ੍ਰੇਡ ਕਰਦੇ ਰਹਿਣਾ ਟੈਕਨੋਲੋਜੀ ਨਾਲ, ਇਹ ਇੰਪੋਰਟੈਂਟ। ਹੁਣ ਅਸੀਂ ਦੇਖੀਏ ਕਿ ਬੀੜਾਂ ਨੂੰ ਆਇਡੈਂਟੀਫਾਈ ਕਰਨ ਦੇ ਕੀ ਤਰੀਕੇ ਹੈ। ਜੀ, ਬੀੜ ਨੂੰ ਆਇਡੈਂਟੀਫਾਈ ਕਰਨ ਲਈ ਡਿਫਰੈਂਟ, ਦੇਖੋ ਇਸ ਵੇਲੇ ਬਾਰ ਕੋਡਿੰਗ ਸਿਸਟਮ ਚੱਲ ਰਿਹਾ ਵਰਲਡ ਵਿੱਚ, ਬੜਾ ਪੁਰਾਣਾ ਸਿਸਟਮ ਹੈ ਔਰ ਟੈਸਟਡ ਸਿਸਟਮ। ਡਾਕਟਰ ਜਗਜੀਤ ਸਿੰਘ ਜੀ, ਛੋਟੇ ਤੋਂ ਛੋਟਾ ਬਿਜ਼ਨਸ ਵੀ ਹੈ ਨਾ ਜਿਹੜਾ, ਉਹ ਵੀ ਆਪਣੀ ਇਨਵੈਂਟਰੀ ਰੱਖਣ ਦੇ ਲਈ ਹਰ ਇੱਕ ਸੋਰਸ ਯੂਜ਼ ਕਰਦਾ ਆ, ਹਰ ਇੱਕ ਤਰੀਕਾ। ਆਪਾਂ ਆਪਣੇ ਘਰ ਦੇ ਪੇਪਰ ਵਰਕ ਸਾਰਾ ਕੁਝ ਇੰਨਾ ਸਾਂਭ ਕੇ ਰੱਖਦੇ ਆ, ਸਾਰਾ ਕੁਝ ਹੁੰਦਾ ਆ ਕਿ ਸਾਡੇ ਘਰ 'ਚ ਕੀ ਹੋ ਰਿਹਾ, ਤੇ ਇਹ ਤੇ ਸਾਡਾ ਸਾਰਾ ਕੁਝ ਹੀ ਆ ਸ੍ਰੀ ਗੁਰੂ ਗ੍ਰੰਥ ਸਾਹਿਬ। ਇਹਦੇ ਲਈ 3 ਸਾਲ ਪਹਿਲਾਂ ਤੁਸੀਂ ਆਪਾਂ ਗੱਲ ਕਰ ਰਹੇ ਕਿ 3 ਸਾਲ ਪਹਿਲਾਂ ਆ ਕੁਝ ਹੋਇਆ ਤੇ ਹਾਲੇ ਤੱਕ ਇਹੋ ਜਿਹਾ ਕੋਈ ਸਟੈਪ ਹੀ ਨਹੀਂ ਚੱਕਿਆ ਗਿਆ। ਹੁਣ 267 ਪਾਵਨ ਬੀੜਾਂ ਦਾ ਸੀ, ਹੁਣ ਵੱਧ ਕੇ 308 ਹੋ ਗਈਆਂ ਸੀ, ਹੁਣ 384 ਤੱਕ ਚਲੇਗੀ ਗਿਣਤੀ, ਜਿਨ੍ਹਾਂ ਦਾ ਕੁਝ ਪਤਾ ਹੀ ਨਹੀਂ ਲੱਗ ਰਿਹਾ। ਨਹੀਂ, ਉਹ ਪਤਾ ਲੱਗਣਾ ਵੀ ਨਹੀਂ, ਕਿਉਂਕਿ ਤੁਹਾਡੇ ਕੋਲ ਆਇਡੈਂਟੀਫਾਈ ਕਿੱਦਾਂ ਕਰੋਗੇ? ਕੋਈ ਲਿਆ ਕੇ ਬਾਹਰੋਂ ਰੱਖ ਵੀ ਦਵੇ ਉੱਥੇ, ਕਵੇ ਨਹੀਂ ਜੀ ਉਹ ਤਾਂ ਗਲਤੀ ਨਾਲ ਫਲਾਣੀ ਥਾਂ ਪਈਆਂ ਸੀ ਜੀ, ਇਹ ਦੇਖੋ ਨਵੀਆਂ ਹੈਗੀਆਂ, ਤੁਸੀਂ ਕਿੱਦਾਂ ਆਇਡੈਂਟੀਫਾਈ ਕਰੋਗੇ ਕਿ ਇਹ ਉਹੀ ਹੈਗੀਆਂ? ਕਿੱਦਾਂ ਦੱਸੋਗੇ ਕਿ ਇਹਦੇ ਵਿੱਚ ਕੋਈ ਮਿਲਾਵਟ ਨਹੀਂ ਕੀਤੀ ਗਈ? ਮਿਲਾਵਟ ਨਹੀਂ ਹੈ, ਜਾਂ ਇਹ ਉਹੀ ਹੈਗੀਆਂ ਜਿਹੜੀਆਂ ਪ੍ਰਿੰਟ ਕੀਤੀਆਂ ਸੀ? ਤੁਹਾਡੇ ਕੋਲ ਕੋਈ ਮੈਥਡ ਹੀ ਨਹੀਂ ਹੈਗਾ। ਸੋ ਇਹ ਜਿੰਨੇ ਮੈਂ ਸੁਜੈਸ਼ਨ ਦੇ ਰਿਹਾ, ਇਟ ਮਾਈਟ ਬੀ ਅ ਸਟਾਰਟਿੰਗ ਪੁਆਇੰਟ, ਇਹ ਸ਼ੁਰੂ ਦੇ ਪੁਆਇੰਟਸ ਹੋ ਸਕਦੇ ਆ। ਇਹਦੇ ਤੇ ਹੋਰ ਵਿਦਵਾਨ ਬੈਠ ਕੇ ਇਹਦੇ ਤੇ ਡਿਟੇਲ ਵਿੱਚ ਵਰਕ ਕਰ ਸਕਦੇ ਆ, ਉਹਦਾ ਬਕਾਇਦਾ ਸਿਸਟਮ ਬਣਾ ਸਕਦੇ ਆ। ਸਾਡੇ ਸਿੱਖਾਂ 'ਚ ਬਹੁਤ ਵਿਦਵਾਨ ਹੈਗੇ ਔਰ ਬੜੇ ਲੈਵਲ ਤੇ ਔਰ ਇੰਟਰਨੈਸ਼ਨਲ ਲੈਵਲ ਤੇ ਇਸ ਡਿਬੇਟ ਨੂੰ ਲਿਜਾ ਕੇ ਤੁਸੀਂ ਬਿਲਕੁਲ ਇੱਕ ਇੱਕ ਚੀਜ਼ ਉਹਦੇ ਬਾਰੇ ਡਿਜ਼ਾਈਨ ਕੀਤੀ ਜਾ ਸਕਦੀ ਹੈ।
ਜੇ ਅਸੀਂ ਸਿੰਪਲ ਲਈਏ ਕਿ ਡੇਟ ਆਫ ਪ੍ਰਿੰਟਿੰਗ, ਬੈਚ ਨੰਬਰ ਤੇ ਕਿੰਨੀਆਂ ਬੀੜਾਂ ਛਾਪੀਆਂ ਤੇ ਉਸ ਬੀੜ ਦਾ ਸੀਰੀਅਲ ਨੰਬਰ ਕੀ ਹੈ, ਜੇ ਅਸੀਂ ਉਹਦਾ QR ਕੋਡ ਬਣਾ ਕੇ ਛੋਟਾ ਜਿਹਾ 1 ਸੈਂਟੀਮੀਟਰ ਬਾਏ 1 ਸੈਂਟੀਮੀਟਰ ਦਾ ਵੀ ਬਣਾ ਕੇ ਹਰ ਪੇਜ ਦੇ ਨਾਲ ਲੱਗ ਜਾਏ, ਜਦੋਂ ਬਾਈਂਡਿੰਗ ਕਰਦੇ ਆ ਉਹਦੇ ਵਿੱਚ ਲੱਗ ਜਾਏ, ਤੁਹਾਨੂੰ ਕਿਧਰੇ ਵੀ ਉਹਦਾ ਅੰਗ ਵੀ ਮਿਲੇ, ਤੁਸੀਂ ਦੇਖ ਸਕਦੇ ਹੋ ਕਿ ਇਹ ਬੀੜ ਕਦੋਂ ਗਈ, ਕਿੱਥੇ ਗਈ, ਕਿਹਨੂੰ ਦਿੱਤੀ, ਕਿਹਦੇ ਕੋਲ ਹੈਗੀ ਹੈ। ਤੁਹਾਨੂੰ ਕੋਈ ਇਹ ਨਹੀਂ ਕਹਿ ਸਕਦਾ ਕਿ ਤੁਹਾਨੂੰ ਕਿਸੇ ਨੂੰ ਪੁੱਛਣ ਦੀ ਲੋੜ ਨਹੀਂ ਕਿ ਕਿਹੜੇ ਗੁਰਦੁਆਰੇ ਚੋਂ ਚੋਰੀ ਹੋਈ ਜੀ, ਕਿਹੜੇ ਪੁਲਿਸ ਕੋਲ ਜਾਵਾਂ ਜੀ, ਕਿੱਥੇ ਜਾਵਾਂ ਜੀ। ਤੁਹਾਡੀ ਆਪਣਾ ਹੀ ਲੋਕੇਸ਼ਨ ਏਦਾਂ ਦੀ ਹੈ, ਫਾਈਨ ਕਰ ਸਕਦੇ ਹੋ। ਸਾਰੇ ਕਾਰਾਂ ਵਿੱਚ GPS ਸਿਸਟਮ ਹੈਗਾ। ਬਿਲਕੁਲ ਹੈਗੇ। 30 ਸੈਟੇਲਾਈਟ ਸਾਡੇ ਕੋਲ ਇਸ ਵੇਲੇ ਬਿਲਕੁਲ ਡਿਜ਼ਾਈਨਡ ਹੈ ਕਿ GPS ਸਿਸਟਮ 30 ਸੈਟੇਲਾਈਟ ਸਾਡੇ ਹਰ ਵੇਲੇ ਆਲੇ ਦੁਆਲੇ ਘੁੰਮਦੇ ਆ। 10 ਸੈਟੇਲਾਈਟ ਸਪੇਅਰ ਆ। 4 ਸੈਟੇਲਾਈਟ ਸਾਡੇ ਹਰ ਫੋਨ ਨੂੰ, ਹਰ ਕਾਰ ਨੂੰ ਟਰੈਕ ਕਰ ਰਹੇ ਆ। ਔਰ ਇੱਕ ਛੋਟਾ ਜਿਹਾ ਚਿਪ ਜਿਹਦਾ ਨਾਟ ਈਵਨ ਅੱਧਾ ਸੈਂਟੀਮੀਟਰ ਵੀ ਨਹੀਂ ਹੈ, ਔਰ ਬਗੈਰ ਤੁਸੀਂ ਸੋਲਰ ਪਾਵਰ ਕਰ ਲਓ ਉਹਨੂੰ, ਉਹਦੇ ਨਾਲ ਉਹਦੇ ਵਿੱਚ ਜਿਲਦ ਦੇ ਵਿੱਚ ਲਗਾ ਦਿੱਤਾ ਜਾਏ, ਤੁਹਾਨੂੰ ਰੋਜ਼ ਦੀ ਲੋਕੇਸ਼ਨ ਉਹਦੀ ਪਤਾ ਲੱਗ ਜਾਏਗੀ ਬੀੜ ਦੀ ਕਿ ਕਿੱਥੇ ਹੈ। ਆਰਟੀਫਿਸ਼ੀਅਲ ਇੰਟੈਲੀਜੈਂਸ ਤੇ ਐਲਗੋਰਿਦਮਸ ਇੰਨੇ ਵਧੀਆ ਬਣ ਚੁੱਕੇ ਆ ਦੁਨੀਆ ਵਿੱਚ। ਜੇ ਮੈਂ ਅੱਜ ਸੇ 5 ਲੱਖ ਬੀੜਾਂ, ਮੈਨੂੰ ਨਹੀਂ ਉਮੀਦ ਕਿ 500 ਮਿਲੀਅਨ ਬੀੜਾਂ ਐਗਜ਼ਿਸਟ ਕਰਦੀਆਂ ਹੋਣ, ਚਲੋ ਮਿਲੀਅਨ ਵੀ ਕਰਦੀਆਂ ਹੋਣ, ਮਿਲੀਅਨ ਨੂੰ ਕੱਲ ਕਿੱਥੇ ਸੀ ਤੇ ਅੱਜ ਕਿੱਥੇ ਹੈ, ਵਿਦਨ 6 ਫੀਟ ਲੋਕੇਸ਼ਨ ਸਰਵਿਸ ਨੂੰ ਲੋਕੇਟ ਕਰ ਲੈਂਦੀ ਹੈ ਆਲ ਓਵਰ ਦੀ ਅਰਥ। ਹੁਣ ਮਾਰਸ ਤੇ ਤਾਂ ਅਸੀਂ ਬੀੜ ਲੈ ਕੇ ਨਹੀਂ ਜਾਣੀ ਅਜੇ। ਬਿਲਕੁਲ ਜੀ, ਮਾਰਸ ਤੇ ਤਾਂ ਜਾਣਾ ਨਹੀਂ, ਰਹਿਣਾ ਤਾਂ ਧਰਤੀ ਤੇ ਹੀ ਹੈ। ਅਜੇ ਤਾਂ ਅਸੀਂ ਇੱਥੇ ਹੀ ਰਹਿਣਾ। ਸਹੀ ਗੱਲ ਹੈ। ਪਰ ਜੇ ਇੱਥੇ ਦੀ ਲੋਕੇਸ਼ਨ ਨਾਲ ਸਾਨੂੰ ਇਹ ਪਤਾ ਲੱਗ ਜਾਏ ਕਿ ਕੱਲ ਤੇ ਅੱਜ ਦੇ ਲੋਕੇਸ਼ਨ ਦੇ ਵਿੱਚ ਕੀ ਆ, ਔਰ ਇਹਦੇ ਬੰਦੇ ਦੀ ਲੋੜ ਨਹੀਂ ਹੈ, ਕੰਪਿਊਟਰ ਨੇ ਆਪਣੇ ਆਪ ਲੱਭ ਲੈਣੀ। ਜਿਹੜੀਆਂ ਚੇਂਜਸ ਹੋਈਆਂ ਤੁਸੀਂ ਉੱਥੋਂ ਇਮੀਡੀਏਟ ਪਤਾ ਕਰ ਸਕਦੇ ਹੋ ਕਿ ਅੱਜ ਜੀ ਇੰਨੀਆਂ ਬੀੜਾਂ ਸਾਡੀਆਂ ਮੂਵ ਹੋਈਆਂ ਫਰੋਮ ਦਿਸ ਟੂ ਦਿਸ ਪਲੇਸ। ਉਹਨਾਂ ਨੂੰ ਇਮੀਡੀਏਟਲੀ ਟਰੈਕ ਕੀਤਾ ਜਾ ਸਕਦਾ ਕਿ ਪਿਛਲੇ ਸੋਰਸ ਦਾ ਫੋਨ ਨੰਬਰ ਕੀ ਸੀ, ਪਿਛਲੇ ਸੋਰਸ ਦਾ ਐਡਰੈਸ ਕੀ ਸੀ, ਕਿਹਨੂੰ ਅਸੀਂ ਇਹ ਬੀੜ ਦਿੱਤੀ ਸੀ, ਉਹਨੇ ਕਿਉਂ ਅੱਗੇ ਟ੍ਰਾਂਸਫਰ ਕੀਤੀ, ਕਿੱਥੇ ਗਈ, ਕੀ ਉੱਥੋਂ ਦੀ। ਇਹ ਸਤਿਕਾਰ ਕਮੇਟੀ ਹੁਣ ਜੋ ਘਰ ਘਰ ਜਾਂਦੀ ਪਈ ਹੈ, ਸਤਿਕਾਰ ਕਮੇਟੀ ਕਿਉਂ ਨਹੀਂ ਟੈਕਨੀਕਲ ਇਸ ਗੱਲ ਤੇ ਆਉਂਦੀ ਕਿ ਮੈਂ ਇੱਕ ਥਾਂ ਤੇ ਬੈਠ ਕੇ ਹੀ ਸਾਰਾ ਦੇਖ ਸਕਦਾ। ਹਾਂਜੀ, ਹੁਣ ਧਰਨੇ ਲੱਗ ਰਹੇ ਹੈਗੇ ਆ, ਹੁਣ ਰੋਸ ਮੁਜ਼ਾਹਰੇ ਕੀਤੇ ਜਾ ਰਹੇ ਹੈਗੇ ਸਤਿਕਾਰ ਕਮੇਟੀ ਵੱਲੋਂ। ਆਪਸ ਵਿੱਚ ਲੜਾਈ ਵੀ ਹੋਈ ਹੈ ਦਰਬਾਰ ਸਾਹਿਬ ਵਿੱਚ। ਪਰ ਜੇ ਅਸੀਂ ਦਿਮਾਗ ਨਾਲ ਸੋਚੀਏ ਅਸੀਂ ਟੈਕਨੀਕਲੀ ਕੀ ਕੀ ਕਰ ਸਕਦੇ ਹਾਂ, ਕੀ ਸਾਨੂੰ ਇੰਨੀ ਦੂਰ ਜਾਣ ਦੀ ਲੋੜ ਹੈਗੀ? ਕੀ ਇਹ ਸਾਰੇ ਸਿਸਟਮ ਦੇ ਵਿੱਚ ਅਸੀਂ ਆਪ ਵਾਧੂ ਦੇ ਐਵੇਂ ਨਹੀਂ ਫਸੇ ਹੋਏ? ਅੱਛਾ ਡਾਕਟਰ ਜਗਜੀਤ ਜੀ, ਕਿ ਟੈਕਨੀਕਲ ਟੀਮ ਹਾਇਰ ਕਰਨ ਦੀ ਬਹੁਤ ਜ਼ਿਆਦਾ ਕੋਈ ਖਰਚਾ ਆਊਗਾ? ਬਹੁਤ ਜ਼ਿਆਦਾ, ਕਿਉਂਕਿ ਜੇ ਅਸੀਂ ਆਪਣੇ ਇੰਡੀਆ ਦੀ ਗੱਲ ਕਰੀਏ ਤੇ ਸਾਡੇ ਤਾਂ ਉੱਥੇ ਵੱਡੇ ਤੋਂ ਵੱਡੇ ਵਿਦਵਾਨ ਬੈਠੇ ਹੈਗੇ ਆ, ਜਿਹੜੇ ਬੜੇ ਕਹਿ ਲਓ ਕਿ ਸੁਲਝੇ ਹੋਏ ਲੋਕ ਉੱਥੇ ਬੈਠੇ ਹੈਗੇ ਆ। ਸੋ ਜਦੋਂ ਅਸੀਂ ਇੰਨੀਆਂ ਨਿੱਕੀਆਂ ਨਿੱਕੀਆਂ ਗੱਲਾਂ ਤੇ ਕਰਦੇ, ਹੈਗੀ ਤਾਂ ਨਿੱਕੀ ਜੀ ਗੱਲ ਹੀ ਆ ਵੈਸੇ ਜੇ ਦੇਖਿਆ ਜਾਵੇ। ਅਸੀਂ ਆਪਣੇ ਘਰ ਨੂੰ ਅਸੀਂ ਟੈਕਸ ਰਿਟਰਨ ਦੀ ਗੱਲ ਕਰ ਲਈ, ਆਪਾਂ ਟੈਕਸ ਫਾਈਲ ਕਰਦੇ ਆ, ਆਪਾਂ ਕਿੱਦਾਂ ਸਾਰਾ ਇੱਕ ਇੱਕ ਹਿਸਾਬ ਰੱਖਦੇ ਆ। ਕੋਈ ਬਿਜ਼ਨਸ ਕਰ ਰਹੇ ਹੈਗੇ ਆ ਵੀ ਕਿਤੇ ਟੈਕਸ ਦੀ ਹੇਰਾਫੇਰੀ ਹੋ ਗਈ ਤੇ ਸਰਕਾਰ ਨੇ ਛੱਡਣਾ ਨਹੀਂ ਸਾਨੂੰ। ਅਸੀਂ ਦੇਖਦੇ ਆ ਵੀ ਕਿਸੇ ਪਾਸੇ ਸਾਡਾ ਕਿਤੇ ਕੋਈ ਰੈਕਰਡ ਨਾ ਖਰਾਬ ਹੋ ਜਾਵੇ। ਅਸੀਂ ਆਪਣਾ ਔਨ ਟਾਈਮ ਪੂਰੇ ਬਿੱਲ ਪੇ ਕਰਦੇ ਆ, ਅਸੀਂ ਹਰ ਇੱਕ ਚੀਜ਼ ਆਪਣੀ ਅਸੀਂ ਅਪ ਟੂ ਡੇਟ ਰੱਖਦੇ ਆ। ਤੇ ਫਿਰ ਇੱਥੇ ਆ ਕੇ ਅਸੀਂ ਕਿਉਂ ਮਾਰ ਖਾ ਜਾਂਦੇ ਆ ਕਿ ਜਦੋਂ ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਗੱਲ ਆਉਂਦੀ ਆ, ਉਦੋਂ ਜਦੋਂ ਅੰਗ ਉਹਨਾਂ ਦੀ ਬੇਅਦਬੀ ਹੁੰਦੀ ਹੈ, ਜਦੋਂ ਗਲੀਆਂ 'ਚ ਰੁੜਦੇ ਆ, ਉਦੋਂ ਅਸੀਂ ਉੱਠਦੇ ਆ, ਮੋਰਚੇ ਲਾਉਂਦੇ ਆ, ਉਦੋਂ ਅਸੀਂ ਪ੍ਰੋਟੈਸਟ ਕਰਦੇ ਆ, ਰੋਸ ਮੁਜ਼ਾਹਰੇ ਕਰਦੇ ਆ। ਥੋੜੇ ਚਿਰ ਬਾਅਦ ਅਸੀਂ ਫੇਰ ਸ਼ਾਂਤ ਹੋ ਜਾਂਦੇ, ਫਿਰ ਕੋਈ ਸਾਨੂੰ ਹੋਰ ਮੁੱਦਾ ਲੱਭ ਪੈਂਦਾ ਆ, ਫਿਰ ਅਸੀਂ ਉਹਦੇ ਪਿੱਛੇ ਤੁਰ ਪੈਂਦੇ ਆ। ਤੇ ਮੈਨੂੰ ਲੱਗਦਾ ਕਿ ਕਿਤੇ ਨਾ ਕਿਤੇ ਸ਼ਾਇਦ ਸਾਨੂੰ ਅੱਜ ਜ਼ੋਰ ਇਸ ਗੱਲ ਤੇ ਦੇਣਾ ਚਾਹੀਦਾ ਕਿ ਜਿਵੇਂ ਤੁਸੀਂ ਦੱਸਦੇ ਆ ਕਿ ਇਹਦਾ ਪ੍ਰੋਟੋਕਾਲ ਜਿਹੜਾ ਉਹ ਚੇਂਜ ਕਰਨ ਦੀ ਲੋੜ ਆ।
ਤੁਸੀਂ ਦੋ ਕੁਐਸਚਨ ਇਹਦੇ ਵਿੱਚ ਰੇਜ਼ ਕੀਤੇ। ਇੱਕ ਤਾਂ ਖਰਚਾ ਕਿੰਨਾ ਕੁ ਜੀ ਮੇਰਾ ਇਹ ਪਰਸਨਲ ਫੀਲਿੰਗ ਹੈ ਕਿ ਸਿੱਖਾਂ ਦੇ ਵਿੱਚ ਟੈਕਨੀਕਲੀ ਇੰਨੇ ਬਜ਼ੁਰਗ ਬੰਦੇ ਵੀ ਹੈਗੇ ਜਿਹੜੇ ਸੇ ਅਬਵ 60s ਹੋਣਗੇ ਜਾਂ ਜਿਹੜੇ ਇੰਨੇ ਟੈਕਨੀਕਲੀ ਸੇਵਾ ਲਈ ਵੀ ਕਰਨਗੇ, ਪ੍ਰੋਟੋਕੋਲ ਬਣਾ ਸਕਣਗੇ। ਨਾ ਵੀ ਹੋਵੇ ਤਾਂ ਮੈਂ ਤਾਂ ਈਵਨ ਇਹ ਵੀ ਰਿਕਮੈਂਡ ਕਰਾਂਗਾ ਜੇ ਪ੍ਰੂਫ ਰੀਡਿੰਗ ਲਈ ਜਾਂ ਹੋਰ ਚੀਜ਼ਾਂ ਲਈ ਆਰਟੀਫਿਸ਼ੀਅਲ ਇੰਟੈਲੀਜੈਂਸ ਲਈ ਸਰਵਿਸਿਜ਼ ਹਾਇਰ ਕੀਤੀਆਂ ਜਾਣ ਔਰ ਨੌਨ ਸਿੱਖਸ ਕੋਲੋਂ ਹਾਇਰ ਕੀਤੀਆਂ ਜਾਣ ਤਾਂ ਕਿ ਉਹ ਸਾਨੂੰ ਬਿਲਕੁਲ ਦੱਸ ਸਕਣ ਕਿ ਜੇ ਪ੍ਰੂਫ ਕੰਪੈਰੀਜ਼ਨ ਕਰਕੇ ਕਿ ਬਈ ਸਾਡੀ ਗਲਤੀ ਕਿੱਥੇ ਹੈ। ਆਪਣੀ ਗਲਤੀ ਨੂੰ ਲੱਭਣ ਲਈ ਜੇ ਤੁਸੀਂ ਕਿਸੇ ਕੋਲੋਂ ਸਰਵਿਸਿਜ਼ ਵੀ ਲੈ ਰਹੇ ਹੋ ਕੋਈ ਮਾੜੀ ਗੱਲ ਨਹੀਂ ਹੈ, ਬਿਲਕੁਲ ਚੰਗੀ ਗੱਲ ਹੈ ਜੀ। ਹੁਣ ਐਸੇ ਤੇ ਦੂਜਾ ਕੁਐਸਚਨ ਜਿਹੜਾ ਕਿ ਅਸੀਂ ਇਹ ਪ੍ਰੋਟੈਸਟ ਕਿਉਂ ਕਰਦੇ ਹਾਂ। ਇਹ ਪ੍ਰੋਟੈਸਟ ਵਿੱਚ ਮੈਂ ਫੀਲ ਅਜੇ ਵੀ ਕਰਦਾ ਕਿ ਕਮਰਸ਼ਲਾਈਜੇਸ਼ਨ ਪੋਲੀਟੀਕਲ ਜਾਂ ਮੈਨੂੰ ਨਹੀਂ ਸਮਝ ਆਉਂਦੀ ਕਿ ਸ਼ਾਇਦ ਸਿੱਖੀ ਦੇ ਵਿੱਚ ਕੋਈ ਹੋਰ ਫੋਰਸਿਸ ਪੈਨੀਟ੍ਰੇਟ ਕਰਨੀਆਂ ਚਾਹੁੰਦੀਆਂ, ਚੇਂਜ ਕਰਨਾ ਚਾਹੁੰਦੇ ਆ ਗੁਰੂ ਗ੍ਰੰਥ ਸਾਹਿਬ ਨੂੰ। ਇਹ ਸਾਰੇ ਜਿਹੜੇ ਟੋਟਲ ਵਰਤਾਰਾ ਇਹ ਕੰਬਾਈਨ ਹੋ ਕੇ ਇਹ ਚੱਲ ਰਿਹਾ। ਕਿਉਂਕਿ ਜਦੋਂ ਤੁਸੀਂ ਕਹਿੰਦੇ ਹੋ ਅੰਗ ਗਲੀਆਂ ਚ ਰੁੱਲੇ ਤਾਂ ਉਹ ਪੋਲੀਟੀਕਲ ਮਸਲਾ ਆ ਗਿਆ। ਸੋ ਇਹਨਾਂ ਚੀਜ਼ਾਂ ਨੂੰ ਅਸੀਂ ਇਹ ਠੀਕ ਹੈ ਕਿ ਮੈਂ ਇਹ ਨਹੀਂ ਕਹਿ ਸਕਦਾ ਕਿ ਇਹ ਸਾਰੀਆਂ ਚੀਜ਼ਾਂ ਜ਼ੀਰੋ ਹੋ ਜਾਣਗੀਆਂ, ਪਰ ਇਹ ਕਾਫੀ ਹੱਦ ਤੱਕ ਕੰਟਰੋਲ ਤੇ ਘਟ ਜਾਣਗੀਆਂ ਜੇ ਸਾਨੂੰ ਇਹ ਵੀ ਪਤਾ ਲੱਗ ਜਾਏ ਕਿ ਸਾਡੀ ਟੋਟਲ ਇਨਵੈਂਟਰੀ ਆਫ ਗੁਰੂ ਗ੍ਰੰਥ ਸਾਹਿਬ ਦੁਨੀਆ ਵਿੱਚ ਕਿੰਨੀ ਹੈ, ਕਿੱਥੋਂ ਹੈ, ਕਿਹਦੀ ਥਾਂ ਤੇ ਪਈ ਹੈ। ਅਸੀਂ ਇਹ ਵੀ ਲੱਭ ਸਕਦੇ ਹਾਂ ਕਿ ਕੋਈ ਅਨਆਥੋਰਾਈਜ਼ਡ ਤਾਂ ਨਹੀਂ ਛਾਪ ਰਿਹਾ ਜੀ, ਕਿਉਂਕਿ ਜੇ ਉਹ ਅਨਆਥੋਰਾਈਜ਼ਡ ਛਾਪੇਗਾ ਤੇ ਉਹਦਾ ਕੋਡ ਤੇ ਹੋਰ ਚੀਜ਼ਾਂ ਉਹ ਮੈਚ ਨਹੀਂ ਕਰਨਗੀਆਂ ਐਸਜੀਪੀਸੀ ਦੇ ਰਿਕਾਰਡ ਨਾਲ। ਜਿਹੜਾ ਮਸਲਾ ਇੱਥੇ ਕੈਨੇਡਾ ਵਿੱਚ ਉੱਠਿਆ ਕਿ ਜੀ ਇੱਥੇ ਅਨਆਥੋਰਾਈਜ਼ਡ ਛਪ ਗਈਆਂ, ਜੇ ਉਹਨਾਂ ਨੂੰ ਕੋਡ ਤੇ ਹੋਰ ਚੀਜ਼ਾਂ ਐਸਜੀਪੀਸੀ ਤੋਂ ਨਹੀਂ ਮਿਲਣਗੀਆਂ ਜਾਂ ਉਹ ਪ੍ਰੋਟੋਕੋਲ ਨਹੀਂ ਫੋਲੋ ਕੀਤਾ ਜਾਏਗਾ ਤੇ ਆਟੋਮੈਟਿਕਲੀ ਇਹ ਬੀੜ ਸਿੱਖਾਂ ਨੂੰ ਵੀ ਪਤਾ ਹੋਣਾ ਚਾਹੀਦਾ ਕਿ ਸਾਨੂੰ ਅਸੈਪਟੇਬਲ ਨਹੀਂ ਹੈ ਜੀ। ਤੇ ਜੇ ਅਸੈਪਟੇਬਲ ਨਹੀਂ ਹੋਏਗੀ ਤੇ ਕਮਰਸ਼ਲਾਈਜੇਸ਼ਨ ਕਿੱਦਾਂ ਹੋਏਗੀ ਫਿਰ ਉਹਦੀ। ਜੀ ਬਿਲਕੁਲ ਡਾਕਟਰ ਜਗਜੀਤ ਸਿੰਘ ਜੀ, ਅਸੀਂ ਗੱਲਾਂ ਹੋਰ ਕਰਨੀਆਂ ਪਰ ਸਾਡਾ ਸਮਾਂ ਹੋ ਗਿਆ ਛੋਟੀ ਜੀ ਬ੍ਰੇਕ ਦਾ। ਤੇ ਬਿਲਕੁਲ ਜੀ ਸਮਾਂ ਬ੍ਰੇਕ ਦਾ ਹੋ ਰਿਹਾ ਤੇ ਬਹੁਤ ਹੀ ਅਹਿਮ ਗੱਲਾਂ ਕਰ ਰਹੇ ਹਾਂ। ਤੁਸੀਂ ਵੀ ਕੋਈ ਤੁਹਾਡਾ ਸਵਾਲ ਹੋਵੇ ਜਾਂ ਤੁਸੀਂ ਗੱਲ ਕਰਨੀ ਚਾਹੁੰਦੇ ਹੋ, ਤੁਸੀਂ ਵੀ ਸਾਨੂੰ ਫੋਨ ਕਰਕੇ ਇਸ ਸ਼ੋਅ ਦੇ ਵਿੱਚ ਹਿੱਸਾ ਲੈ ਸਕਦੇ ਹੋ। ਸੋ ਰੁਕਦੇ ਹਾਂ ਛੋਟੀ ਜੀ ਬ੍ਰੇਕ ਲਈ। ਬ੍ਰੇਕ ਤੋਂ ਬਾਅਦ ਵਾਪਸ ਆਉਂਦੇ ਹਾਂ, ਦੇਖਦੇ ਰਹੋ ਖਬਰਸਾਰ ਬਿਹਾਈਂਡ ਦਾ ਨਿਊਜ਼। ਬ੍ਰੇਕ ਤੋਂ ਬਾਅਦ ਮੁੜ ਤੋਂ ਸਵਾਗਤ ਹੈ ਖਬਰਸਾਰ ਬਿਹਾਈਂਡ ਦਾ ਨਿਊਜ਼। ਮੇਰਾ ਤੁਹਾਡੇ ਨਾਲ ਸਾਥ ਹੁੰਦਾ ਜੀ ਸੋਮਵਾਰ ਤੋਂ ਲੈ ਕੇ ਸ਼ੁੱਕਰਵਾਰ ਤੱਕ 11 ਵਜੇ ਤੋਂ ਲੈ ਕੇ 12 ਵਜੇ ਤੱਕ। ਤੇ ਜਿਵੇਂ ਤੁਸੀਂ ਜਾਣਦੇ ਹੋ ਕਿ ਮੰਗਲਵਾਰ ਸਾਡੇ ਨਾਲ ਸੀਨੀਅਰ ਜਰਨਲਿਸਟ ਕੁਲਦੀਪ ਸਿੰਘ ਜੀ ਸ਼ਾਮਲ ਹੁੰਦੇ ਨੇ, ਪਰ ਉਹ ਆਪਣੇ ਕਿਸੇ ਘਰੇਲੂ ਕੰਮਾਂ 'ਚ ਥੋੜੇ ਬਿਜ਼ੀ ਹੋਣ ਕਰਕੇ ਸਾਡੇ ਨਾਲ ਨਹੀਂ ਆਏ। ਪਰ ਅੱਜ ਸਾਡੇ ਨਾਲ ਬੜੀ ਵਧੀਆ ਸ਼ਖਸੀਅਤ ਡਾਕਟਰ ਜਗਜੀਤ ਸਿੰਘ ਜੀ ਆਏ ਹੋਏ ਨੇ। ਔਰ ਜਦੋਂ ਮੈਂ ਗੱਲ ਕਰਦੀ ਹਾਂ ਕਿ ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਗੱਲ ਆਉਂਦੀ ਆ ਤੇ ਉਦੋਂ ਸਾਡੀਆਂ ਜਿਹੜੀਆਂ ਅਸੀਂ ਬਹੁਤ ਇਮੋਸ਼ਨਲ ਜੁੜੇ ਹੋਏ ਹਾਂ, ਅਸੀਂ ਉਦੋਂ ਇਮੋਸ਼ਨਲ ਹੋ ਜਾਂਦੇ ਹਾਂ ਕਿ ਅਸੀਂ ਉੱਥੇ ਅਸੀਂ ਕੋਈ ਡਿਸਾਈਡ ਨਹੀਂ ਕਰ ਪਾਉਂਦੇ ਕਿ ਅਸਲ ਦੇ ਵਿੱਚ ਹੋਣਾ ਕੀ ਚਾਹੀਦਾ ਹੈ। ਸੋ ਅੱਜ ਬੜੀ ਵਧੀਆ ਜਾਣਕਾਰੀ ਹੈ ਕਿ ਪ੍ਰੋਟੋਕਾਲ ਕਿਵੇਂ ਫੋਲੋ ਕਰਨੇ ਚਾਹੀਦੇ ਆ। ਅਸੀਂ ਕਹਿ ਤੇ ਰਹੇ ਹਾਂ ਕਿ ਸਾਡੇ ਜਦੋਂ ਬੇਅਦਬੀ ਹੁੰਦੀ ਹੈ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਤੇ ਸਾਡੀਆਂ ਭਾਵਨਾਵਾਂ ਨੂੰ ਠੇਸ ਪਹੁੰਚਦੀ, ਸਾਡੇ ਹਿਰਦੇ ਵਲੋਂਦਰੇ ਜਾਂਦੇ। ਬਿਲਕੁਲ ਚੰਗੀ ਗੱਲ ਆ, ਸਹੀ ਗੱਲ ਆ ਕਿ ਅਸੀਂ ਆਪਣੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਨਾਲ ਇੰਨੇ ਜੁੜੇ ਹੋਏ ਆ, ਸਾਡੀਆਂ ਭਾਵਨਾਵਾਂ ਇੰਨੀਆਂ ਜੁੜੀਆਂ ਹੋਈਆਂ ਕਿ ਅਸੀਂ ਤਾਂ ਉਹਦੇ ਖਿਲਾਫ ਇੱਕ ਅਪਮਾਨਜਨਕ ਸ਼ਬਦ ਵੀ ਨਹੀਂ ਸੁਣਨਾ ਪਸੰਦ ਕਰਦੇ। ਤੇ ਫਿਰ ਜਦੋਂ ਗਲੀਆਂ ਦੇ ਵਿੱਚ ਅੰਗ ਰੋਲਦੇ ਆ ਤੇ ਫਿਰ ਸਾਡੇ ਤੇ ਕੀ ਬੀਤਦੀ ਹੋਵੇਗੀ। ਪਰ 3 ਸਾਲ ਹੋ ਗਏ ਕੇਸ ਚੱਲਦੇ ਨੂੰ, ਤੁਸੀਂ ਸਾਰੇ ਜਾਣਦੇ ਹੋ ਬਰਗਾੜੀ ਕਾਂਡ ਦੇ ਬਾਰੇ ਕਿੰਨਾ ਕੁਝ ਹੋਇਆ, ਕਿੰਨੀ ਬੇਅਦਬੀ ਹੋਈ, ਪਰ ਪ੍ਰੋਟੋਕਾਲ ਫੇਰ ਵੀ ਜਿਹੜਾ ਪ੍ਰਿੰਟਿੰਗ ਦਾ ਚੇਂਜ ਨਹੀਂ ਹੋਇਆ। ਹਾਲੇ ਵੀ ਉਹੀ ਪੁਰਾਣੇ ਤਰੀਕੇ ਅਪਣਾਏ ਜਾ ਰਹੇ। ਬੇਸ਼ੱਕ ਟੈਕਨੋਲੋਜੀ ਨੇ ਇੰਨੀ ਤਰੱਕੀ ਕਰ ਲਈ ਆ
ਅਸੀਂ ਸਾਡਾ ਫੋਨ ਆ ਉਹਦੇ 'ਚ ਅਸੀਂ ਲੋਕੇਸ਼ਨ ਪਾਈ ਆ, ਸਾਡੇ ਬੱਚਿਆਂ ਦੇ ਫੋਨ ਆ, ਅਸੀਂ ਫਾਈਂਡ ਕਰ ਲੈਂਦੇ ਆ ਕਿ ਕਿੱਥੇ ਆ ਸਾਡਾ ਬੱਚਾ, ਸਾਡਾ ਫੋਨ ਕਿੱਥੇ ਆ, ਸਾਡੀਆਂ ਕਾਰਾਂ 'ਚ GPS ਆ, ਹਰ ਇੱਕ ਚੀਜ਼ ਅਸੀਂ ਟੈਕਨੋਲੋਜੀ ਦੀ ਫੋਲੋ ਕਰਦੇ ਆ ਤੇ ਕਿੱਥੇ ਅਸੀਂ ਮਾਤ ਖਾ ਲੈਨੇ। SGPC ਨੂੰ ਕਿਉਂ ਨਹੀਂ ਇਹ 3 ਸਾਲਾਂ ਦੇ ਵਿੱਚ ਪ੍ਰੋਟੋਕਾਲ ਚੇਂਜ ਕੀਤਾ ਗਿਆ? ਕਿਉਂ ਨਹੀਂ ਕੋਈ ਇਹੋ ਜਿਹਾ ਕਦਮ ਚੁੱਕੇ ਜਾ ਰਹੇ ਕਿ ਸਾਨੂੰ ਉੱਥੇ ਬੈਠਿਆਂ ਨੂੰ ਹੀ ਪਤਾ ਲੱਗ ਸਕੇ ਕਿ ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਕਿੱਥੇ ਨੇ, ਕਿਹਦੇ ਕੋਲ ਗਏ ਸੀ, ਹੁਣ ਕਿੱਥੇ ਆ, ਲੋਕੇਸ਼ਨ ਕਿਉਂ ਨਹੀਂ ਉਹਦੀ ਟਰੇਸ ਕੀਤੀ ਜਾ ਸਕਦੀ? ਕਿਉਂ ਨਹੀਂ ਇਹੋ ਜਿਹੇ ਟੈਕਨੋਲੋਜੀ ਦੇ ਨਾਲ ਜਿਹੜੇ ਆਉਣ ਵਾਲੇ ਸਮੇਂ 'ਚ ਸੌਖਾ ਰਵੇ ਤੇ ਆਏ ਦਿਨ ਜਿਹੜਾ ਸਾਡੇ ਨਾਲ ਆਹ ਕੁਝ ਹੋ ਰਿਹਾ ਇਹਦੇ ਸਾਰੇ ਕਾਸੇ ਤੋਂ ਅਸੀਂ ਛੁਟਕਾਰਾ ਪਾਉਣ ਦੇ ਲਈ ਕਿਉਂ ਨਹੀਂ ਇੱਕ ਸੋਲਿਡ ਕਦਮ ਚੁੱਕਦੇ? ਸੋ ਕਮੀਆਂ ਖਾਮੀਆਂ ਕਿੱਥੇ ਨੇ, ਕੀ ਹੋਣਾ ਚਾਹੀਦਾ? ਸੋ ਡਾਕਟਰ ਜਗਜੀਤ ਸਿੰਘ ਹੁਣਾਂ ਨਾਲ ਗੱਲਬਾਤ ਕਰ ਰਹੇ ਆ। ਸੋ ਆਓ ਗੱਲਬਾਤ ਨੂੰ ਅੱਗੇ ਤੋਰਦੇ ਆ। ਸੋ ਡਾਕਟਰ ਸਾਹਿਬ, ਜਦੋਂ ਅਸੀਂ ਗੱਲ ਕਰਦੇ ਹਾਂ ਕਿ ਟੈਕਨੋਲੋਜੀ ਦੀ ਅਸੀਂ ਗੱਲ ਕਰ ਰਹੇ ਸੀ ਕਿ ਕਿੰਨਾ ਕੁ ਖਰਚਾ ਆਉਂਦਾ ਆ, ਸੋ ਤੁਸੀਂ ਦੱਸਿਆ ਕਿ ਬਹੁਤ ਸਾਰੇ ਇਹੋ ਜਿਹੇ ਵੀ ਸਾਡੇ ਸਿੱਖੀ ਦੇ ਵਿੱਚ ਇਹੋ ਜਿਹੇ ਲੋਕ ਆ ਜਿਹੜੇ ਕਿ ਸਿਰਫ ਸੇਵਾ ਭਾਵਨਾ ਨਾਲ ਵੀ ਜੁੜਨਾ ਚਾਹੁੰਦੇ ਹੈਗੇ ਆ। ਜ਼ਰੂਰੀ ਨਹੀਂ ਹਰ ਗੱਲ ਨੂੰ ਪੈਸੇ ਦੇ ਨਾਲ ਹੀ ਦੇਖਿਆ ਜਾਵੇ, ਪਰ ਹੁਣ ਗੱਲ ਫਿਰ ਉੱਥੇ ਆ ਗਈ ਆ ਕਿ ਅਸੀਂ ਤੇ ਬੜਾ ਕੁਝ ਸੋਚਦੇ ਆ, ਲੋਕੀ ਤੇ ਚਾਹੁੰਦੇ ਆ ਚੇਂਜ, ਪਰ ਇਹ ਚੇਂਜ ਹੋ ਕਿਉਂ ਨਹੀਂ ਰਹੀ? ਇਹਦੇ ਤੇ ਐਕਸ਼ਨ ਕਿਉਂ ਨਹੀਂ ਹੋ ਰਹੇ? ਇਹਦੇ ਤੇ ਐਕਸ਼ਨ ਕਰਨ ਲਈ ਵੈਸੇ ਹੋਏਗਾ, ਮੈਨੂੰ ਉਮੀਦ ਹੈ, ਕਿਉਂਕਿ ਜਿੰਨਾ ਪ੍ਰੈਸ਼ਰ ਸਾਰੇ ਪਾਸੋਂ ਬਣ ਰਿਹਾ SGPC ਤੇ ਇਸ ਬਾਰੇ ਸੋਚਣ ਦਾ ਐਕਸ਼ਨ ਜ਼ਰੂਰ ਹੋਏਗਾ। ਕਿਸ ਲੈਵਲ ਤੇ ਹੁੰਦਾ ਇਹ ਨਹੀਂ ਮੈਨੂੰ ਪਤਾ, ਬਟ ਹੋਏਗਾ ਜ਼ਰੂਰ। ਜਿਹੜੇ ਐਗਜ਼ਿਸਟਿੰਗ ਸਰੂਪ ਹੈ ਉਹਨਾਂ ਦੀ ਇਨਵੈਂਟਰੀ ਕਿੱਦਾਂ ਕੀਤੀ ਜਾਏ, ਉਹਨਾਂ ਨੂੰ ਕਿੱਦਾਂ ਦੇਖਿਆ ਜਾਏ ਕਿੱਥੇ ਕਿੱਥੇ ਪਏ ਹੈ, ਉਹਨਾਂ ਦਾ ਬਕਾਇਦਾ ਹਿਸਾਬ ਕਿਤਾਬ ਸਾਰਾ ਰੱਖਿਆ ਜਾਏ। ਉਹਨਾਂ ਬਾਰੇ ਅੱਗੋਂ ਜਿਹੜੇ ਅਗਲੀ ਪ੍ਰਿੰਟਿੰਗ ਹੈ ਉਹਦੇ ਲਈ ਬਿਲਕੁਲ ਸਿਸਟਮੈਟਿਕਲੀ ਪ੍ਰੋਟੋਕੋਲ ਫਾਲੋ ਕੀਤਾ ਜਾਏ। ਅਸੀਂ ਤਾਂ ਇਹ ਤਾਂ ਕਹਿ ਦਿੱਤਾ ਕਿ ਬੀੜ ਦੇ ਵਿੱਚ ਇਹ ਕਰਨਾ, ਬੀੜ ਤੋਂ ਹੁਣ ਅਸੀਂ ਪਿੱਛੇ ਨੂੰ ਚੱਲੀਏ। ਬੀੜ ਬੰਨਣ ਤੋਂ ਪਹਿਲਾਂ ਜਦੋਂ ਉਹਦੀ ਪ੍ਰਿੰਟਿੰਗ ਹੋ ਰਹੀ ਹੈ ਉਹਦੇ ਵਿੱਚ ਉਹਨੂੰ ਉਹ ਕੋਡ ਪਾਉਣਾ ਪਏਗਾ। ਬਾਈਂਡ ਕਰਨ ਵੇਲੇ ਉਹਦੀ ਜਿਲਦ ਦੇ ਵਿੱਚ ਸਾਨੂੰ ਉਹ ਚਿਪ ਜਾਂ ਕੋਈ ਚੀਜ਼ ਲਗਾਣੀ ਪਏਗੀ। ਉਹ ਚਿਪ ਕਿਹੜੀਆਂ ਨੰਬਰ ਦੀਆਂ ਪਰਚੇਜ਼ ਕਰਨੀਆਂ, ਉਹ ਪਹਿਲੇ ਸਟੈਪ ਤੋਂ ਸ਼ੁਰੂ ਹੋਣਗੀਆਂ। ਹੁਣ ਮੈਂ ਪਿੱਛੇ ਨੂੰ ਚੱਲ ਰਿਹਾ। ਜਦੋਂ SGPC ਨੇ ਪ੍ਰਿੰਟਿੰਗ ਪ੍ਰੈਸ ਨੂੰ ਆਰਡਰ ਦੇਣਾ, ਜੇ 5000 ਬੀੜਾਂ ਦਾ ਦੇਣਾ ਤੇ 5000 ਕਿਹੜੀਆਂ ਚਿੱਪਾਂ ਹੈਗੀਆਂ, ਉਹਨਾਂ ਦੇ ਕੀ ਕੋਡਸ ਹੈਗੇ ਆ, ਉਹਦਾ ਬਕਾਇਦਾ ਸਾਰਿਆਂ ਨੂੰ ਚਾਰਜ ਕਰਕੇ ਪ੍ਰੈਕਟੀਕਲੀ ਉਹਨੂੰ ਦੇਣੀ ਹੈ ਤਾਂ ਕਿ ਉਹ ਮਸ਼ੀਨ ਪਾਵੇ। ਫਿਰ ਚੈੱਕ ਕਰਨੀ ਹੈ ਕਿ ਜੇ ਉਹ 5000 ਦਿੱਤੀਆਂ ਸੀ ਤੇ 5000 ਵਾਪਸ ਆਈਆਂ। ਇਹ ਕਲੈਰੀਕਲ ਜੌਬ ਹੈ, ਇਹ ਕੋਈ ਟੈਕਨੀਕਲ ਜੌਬ ਨਹੀਂ ਹੈ ਜੀ। ਇਹ ਕੰਪਿਊਟਰ ਵਿੱਚ ਸੌਫਟਵੇਅਰ ਬਣੇ ਹੋਏ ਆ, ਸਭ ਕੁਝ ਅਵੇਲੇਬਲ ਹੈ। ਕੋਈ ਕਾਸਟ ਵਾਲੀ ਵੀ SGPC ਦੀ ਕਾਸਟ ਵਾਲੀ ਵੀ ਕੋਈ ਇੰਨੀ ਵੱਡੀ ਗੱਲ ਨਹੀਂ ਹੈ ਕਿ ਜੇ $400-500 ਵਿੱਚ ਉਹ ਸੌਫਟਵੇਅਰ ਖਰੀਦ ਵੀ ਲੈਂਦੇ ਆ ਤਾਂ ਕੋਈ ਇੰਨੀ ਲੰਮੀ ਚੌੜੀ ਗੱਲ ਨਹੀਂ ਹੈ ਜੀ। ਮੇਰੇ ਖਿਆਲ ਇੰਨੀ ਤਾਂ ਕਈ ਸੇਵਾ ਵੀ ਕਰ ਦੇਣਗੇ ਕਿ ਸੌਫਟਵੇਅਰ ਵੀ ਫ੍ਰੀ ਦੇ ਦੇਣਗੇ। ਸੌਫਟਵੇਅਰ ਕੰਪੈਰੀਜ਼ਨ ਦੇ ਸੌਫਟਵੇਅਰ ਵੀ ਲੈ ਸਕਦੇ ਆ ਕਿ ਪਿਛਲੀ ਬੀੜ ਤੇ ਅਗਲੀ ਬੀੜ ਦੇ ਵਿੱਚ ਕਿੱਦਾਂ ਕੋਈ ਗਲਤੀ ਤਾਂ ਨਹੀਂ ਰਹਿ ਗਈ। 1430 ਅੰਗ ਪੂਰੇ ਜਿਹੜੇ ਹੈਗੇ ਆ ਉਹ ਐਗਜ਼ੈਕਟਲੀ ਮੈਚ ਕਰਕੇ ਅੱਗੇ ਆਏ ਆ। ਪ੍ਰੈਕਟਿਕਲ ਸੌਫਟਵੇਅਰ ਹੈਗੇ ਆ, ਤੁਸੀਂ ਇੱਕ ਪਾਓ ਦੂਜਾ ਪਾਓ, ਦੂਜੇ ਨੂੰ ਸਕੈਨ ਕਰੇਗਾ ਉਹ ਤੇ ਆਟੋਮੈਟਿਕਲੀ ਦੱਸਦਾ ਜਾਏਗਾ। ਇਟ ਡਜ਼ ਨਾਟ ਟੇਕ ਟਾਈਮ ਆਲਸੋ। ਬੰਦੇ ਦੀ ਪ੍ਰੂਫ ਰੀਡਿੰਗ ਨਾਲੋਂ ਕਮ ਸੇ ਕਮ ਨਹੀਂ ਤੇ 5 ਤੋਂ 7000 ਗੁਣਾ ਤੇਜ਼ ਕੰਪਿਊਟਰ ਦੀ ਪ੍ਰੂਫ ਰੀਡਿੰਗ ਹੈਗੀ ਇਸ ਵੇਲੇ, ਜੇ ਐਗਜ਼ਿਸਟਿੰਗ ਹੈ ਸਾਡੇ ਕੋਲ, ਅਨਲੈਸ ਕੋਈ ਨਵਾਂ ਪ੍ਰਿੰਟ ਤੁਸੀਂ ਕਰ ਰਹੇ ਹੋ, ਕਿਉਂਕਿ ਇਹ ਤਾਂ ਐਗਜ਼ਿਸਟਿੰਗ ਹੈ, ਪਹਿਲੇ ਐਗਜ਼ਿਸਟ ਕਰਦਾ, ਉਹਨੂੰ ਤੁਸੀਂ ਸਕੈਨ ਕੀਤਾ, ਉਸ ਤੋਂ ਅੱਗੇ ਤੁਸੀਂ ਕੰਪੇਅਰ ਕਰ ਰਹੇ ਹੋ ਕਾਪੀ। ਸੋ ਕਿੰਨੀ ਫਾਸਟ ਅਸੀਂ ਕਰ ਸਕਦੇ ਹਾਂ ਔਰ ਕਿੰਨੀ ਐਕੂਰੇਟਲੀ ਕਰ ਸਕਦੇ ਹਾਂ। ਫਿਰ ਜਦੋਂ ਬੀੜ ਦਿੱਤੀ ਜਾਂਦੀ ਹੈ ਉਹ ਸਕੈਨ ਕਰਕੇ ਨਿਕਲੇ ਤੇ ਸਕੈਨ ਕਰਕੇ ਅੱਗੋਂ ਉਹਦੀ ਇਨਵੈਂਟਰੀ ਹੋ ਰਹੀ ਕਿੱਥੇ ਜਾ ਰਹੀ ਹੈ, ਤੁਹਾਡਾ ਕੰਪਿਊਟਰ ਤੁਹਾਨੂੰ ਮੂਵਮੈਂਟ ਦੱਸਦਾ ਰਵੇ ਕਿ ਲੈ ਵੀ ਇੱਥੇ ਚਲੇ ਗਏ, ਤਾਂ ਕਿ ਕੱਲ ਨੂੰ ਜੇ ਕੋਈ ਵੀ ਉਹਦਾ ਮਿਸਯੂਜ਼ ਵੀ ਹੋਣ ਲੱਗਿਆ
ਤੇ ਤੁਹਾਨੂੰ ਇਹ ਨਾ ਹੋਵੇ ਕਿ ਮੈਂ ਬਾਅਦ ਵਿੱਚ ਜਾ ਕੇ ਕਰਾਂ, ਪਹਿਲਾਂ ਹੀ ਤੁਹਾਨੂੰ ਪ੍ਰੋਐਕਟਿਵਲੀ ਪਤਾ ਹੋਵੇ ਮੇਰੇ ਐਸਜੀਪੀਸੀ ਨੂੰ ਕਿ ਅੱਜ ਇੱਥੇ ਇਸ ਥਾਂ ਤੇ ਗੜਬੜ ਹੋ ਸਕਦੀ ਹੈ। ਕਿਉਂ ਨਹੀਂ ਅਸੀਂ ਏਦਾਂ ਦਾ ਕੋਈ ਸਿਸਟਮ ਬਣਾਉਂਦੇ ਜੀ ਬਿਲਕੁਲ ਕਿ ਅਸੀਂ ਬਗੈਰ ਦੇਖੋ, ਜੇ ਉਹਨਾਂ ਨੂੰ ਕੋਈ ਪਤਾ ਲੱਗ ਜਾਏ ਲੋ ਜੀ ਇਹ ਬੀੜ ਜਿਹੜੀ ਹੈ ਸਾਡੀ ਇਹ ਰਾਮ ਰਹੀਮ ਦੇ ਜਾ ਰਹੀ ਹੈ, ਜੇ ਤੁਹਾਡਾ ਕੰਪਿਊਟਰ ਇਹ ਦੱਸ ਦਵੇ ਕਿ ਇਹ ਰਾਮ ਰਹੀਮ ਦੇ ਜਾ ਰਹੀ ਤਾਂ ਪਹਿਲਾਂ ਹੀ ਤੁਸੀਂ ਰੋਕ ਸਕਦੇ ਹੋ ਕਿਉਂ ਜਾ ਰਹੀ ਹੈ ਬਈ। ਦੈਟ ਇਜ਼ ਵੇਅਰ ਸਤਕਾਰ ਕਮੇਟੀ ਜਾਂ ਐਸਜੀਪੀਸੀ ਦੀ ਕਮੇਟੀ ਜਾਂ ਜੋ ਵੀ ਹੈ ਉਹਨੂੰ ਉਹ ਇੱਕ ਤਰ੍ਹਾਂ ਦਾ ਐਨ ਐਕਸ਼ਨ ਲੈਂਦੀ ਰਵੇ, ਹਰ ਵੇਲੇ ਔਨ ਰਵੇ। ਇਹ ਕੋਈ ਪੁਲਿਸਿੰਗ ਵਾਲੀ ਗੱਲ ਨਹੀਂ ਹੈ, ਬਟ ਆਪਣੇ ਆਪ ਨੂੰ ਸਿਕਿਉਰ ਕਰਨ ਵਾਲੀ ਇਹ ਸਾਰੀਆਂ ਗੱਲਾਂ ਕਿ ਅਸੀਂ ਗੁਰੂ ਗ੍ਰੰਥ ਸਾਹਿਬ ਨੂੰ ਸਿਕਿਉਰ ਕਿੱਦਾਂ ਕਰਨਾ, ਤਾਂ ਕਿ ਕੱਲ ਨੂੰ ਕਈ ਕਹਿੰਦੇ ਜੀ ਨਾਗਪੁਰ ਚਲੇ ਗਈਆਂ ਬੀੜਾਂ, ਕੋਈ ਕਹਿੰਦਾ ਜੀ ਫਲਾਣੀ ਥਾਂ ਚਲੇ ਗਈਆਂ, ਕੋਈ ਬਦਲ ਤਾਂ ਨਹੀਂ ਰਿਹਾ। ਤੇ ਜੇ ਤੁਹਾਡੇ ਕੋਲ ਕੋਈ ਬਦਲੀ ਹੋਈ ਬੀੜ ਆ ਗਈ ਤੇ ਉਹਦੇ ਵਿੱਚ ਚਿਪ ਵੀ ਹੈਗਾ, ਸਭ ਕੁਝ ਹੈਗਾ, ਤੁਹਾਡੀ ਕੋਡੀਫਾਈ, ਤੁਸੀਂ ਉਹਨੂੰ ਆਇਡੈਂਟੀਫਾਈ ਕਰ ਸਕਦੇ ਹੋ ਕਿੱਥੇ ਗਈ ਸੀ ਤੇ ਕਿਉਂ ਆਈ। ਤੁਸੀਂ ਫਰਾਡ ਦੀ ਡਿਟੈਕਸ਼ਨ, ਬਲੈਕ ਲਿਸਟਿੰਗ ਕਰ ਸਕਦੇ ਹੋ ਬੰਦਿਆਂ ਦੀ, ਕਿਹੜੇ ਗੁਰਦੁਆਰੇ ਵਾਲਿਆਂ ਨੇ ਅੱਗੋਂ ਭੇਜੀ। ਸੋ ਇੱਕ ਇੱਕ ਚੀਜ਼ ਦੀ ਆਇਡੈਂਟੀਫਿਕੇਸ਼ਨ ਤੁਸੀਂ ਡੇਲੀ ਕਰ ਸਕਦੇ ਹੋ। ਜੇ ਗੁਰੂ ਗ੍ਰੰਥ ਸਾਹਿਬ ਨੂੰ ਅਸੀਂ ਆਪਣਾ ਗੁਰੂ ਮੰਨ ਕੇ ਔਰ ਇੰਨਾ ਸਤਿਕਾਰ ਕਰਦੇ ਹਾਂ ਤੇ ਕੀ ਇੰਨਾ ਕੰਮ ਕਰਨ ਲਈ ਸਾਨੂੰ ਕੋਈ, ਮੈਨੂੰ ਨਹੀਂ ਉਮੀਦ ਕਿ ਕੋਈ ਮਨੀ ਜਾਂ ਕੋਈ ਪੈਸਾ ਜਾਂ ਕੋਈ ਸੇਵਾ ਜਾਂ ਕੋਈ ਚੀਜ਼ ਰਸਤੇ ਵਿੱਚ ਆਏਗੀ। ਜੀ ਜਦੋਂ ਸਾਡੇ ਆਪਣੇ ਸ਼ਹਿਰ ਦੀ ਅਸੀਂ ਗੱਲ ਕਰਦੇ ਹਾਂ, ਹੁਣ ਸਾਡੇ ਆਪਣੇ ਸ਼ਹਿਰ ਵੀ ਬੀੜਾਂ ਦਾ ਤੁਸੀਂ ਜਾਣਦੇ ਹੋ ਕਿ ਬਹੁਤ ਵੱਡਾ ਜਿਹੜਾ ਰੌਲਾ ਪਿਆ ਸੀ, ਇੱਕ ਬੜਾ ਵੱਡਾ ਵਿਵਾਦ ਹੋਇਆ ਸੀ ਕਿ ਘਰ ਦੇ ਵਿੱਚ ਪ੍ਰਿੰਟਿੰਗ ਕੀਤੀ ਜਾਂਦੀ ਸੀ, ਮਸ਼ੀਨਾਂ ਮੂਵ ਕੀਤੀਆਂ ਗਈਆਂ ਕਰੇਨ ਦੇ ਨਾਲ, ਔਰ ਪਹਿਲਾਂ ਕਿਹਾ ਗਿਆ ਸੀ ਕਿ 10 ਤੋਂ 15 ਬੀੜਾਂ ਸੀ, ਫਿਰ ਹੌਲੀ ਹੌਲੀ ਉਹਨਾਂ ਦੀ ਗਿਣਤੀ ਵੱਧਦੀ 72 ਤੱਕ ਹੋ ਗਈ। ਉਹਨਾਂ ਦੇ ਵਿੱਚੋਂ ਕੁਝ ਕਹਿੰਦੇ 2 ਜਿਹੜੀਆਂ ਅਗਨ ਭੇਂਟ ਕਰ ਦਿੱਤੀਆਂ ਗਈਆਂ ਸੀ, ਉਹਨਾਂ ਦੇ ਵਿੱਚ ਬਾਣੀ ਗਲਤ ਛਪ ਗਈ ਸੀ, ਔਰ ਬਾਕੀ ਦੀਆਂ 23 ਕਿੱਥੇ ਗਈਆਂ ਉਹਨਾਂ ਦਾ ਹੱਲੇ ਕੁਝ ਨਹੀਂ ਪਤਾ। ਤੇ ਬਾਕੀ ਕੁਝ ਸਰੀ ਗੁਰੂ ਘਰ ਲੈ ਗਏ ਨੇ, ਉੱਥੇ ਨੇ, ਉਹ ਵੀ ਕਹਿੰਦੇ ਉਹਨਾਂ ਦੀ ਸੁਧਾਈ ਹੋਊਗੀ, ਉਹਨਾਂ ਨੂੰ ਪੜ੍ਹਿਆ ਜਾਵੇਗਾ, ਦੇਖਿਆ ਜਾਵੇਗਾ। ਪਰ ਇਹ ਸਾਰਾ ਕੁਝ ਜਦੋਂ ਇਦਾਂ ਹੋਇਆ, ਪਰ ਜਿਹੜੀਆਂ ਪਹਿਲਾਂ ਇੰਨੀਆਂ ਇੱਥੇ ਕੈਨੇਡਾ ਅਮਰੀਕਾ ਦੀ ਧਰਤੀ ਤੇ ਇੰਨੇ ਗੁਰੂ ਮਹਾਰਾਜ ਦੇ ਪਾਵਨ ਸਰੂਪ ਆ, ਉਹ ਤੇ ਹਾਲੇ ਤੱਕ ਕਿਸੇ ਨੂੰ ਵੀ ਨਹੀਂ ਪਤਾ ਵੀ ਕਿਹੜੇ ਗੁਰਦੁਆਰੇ ਕੋ ਕਿੰਨੇ ਆ, ਉਹਦਾ ਕੋਈ ਡਾਟਾ ਹੀ ਹੈ ਨਹੀਂ। ਅਸੀਂ ਮਨਿੰਦਰ ਸਿੰਘ ਜੀ ਜਿਹੜੇ ਕਿ ਦਸ਼ਮੇਸ਼ ਗੁਰਦੁਆਰਾ ਸਾਹਿਬ ਦੇ ਮੁੱਖ ਸੇਵਾਦਾਰ, ਉਹਨਾਂ ਨੇ ਜਦੋਂ ਸਵਾਲ ਕੀਤਾ, ਉਹ ਕਹਿੰਦੇ ਸਾਨੂੰ ਪਤਾ ਹੀ ਨਹੀਂ ਕਿ ਕਿਹੜੇ ਕਿੱਥੇ ਆ, ਕੋਈ ਇਨਵੈਂਟਰੀ ਹੈ ਹੀ ਨਹੀਂ ਗੀ ਪਹਿਲੀਆਂ ਬੀੜਾਂ ਦੀ ਕਿ USA 'ਚ ਕਿੰਨੀਆਂ ਆ ਮਹਾਰਾਜ ਦੇ ਸਰੂਪ ਤੇ ਕੈਨੇਡਾ ਦੇ ਵਿੱਚ ਗੁਰੂ ਸਾਹਿਬ ਦੇ ਕਿੰਨੇ ਸਰੂਪ ਆ, ਕੋਈ ਕਿਸੇ ਦੇ ਕੋਈ ਗਿਣਤੀ ਹੈ ਨਹੀਂ ਗੀ। ਇਹ ਬਿਲਕੁਲ ਠੀਕ ਹੈ। ਤਾਂ ਤੁਹਾਡੇ ਪ੍ਰੋਗਰਾਮ ਤੇ ਸੁਣਿਆ ਸੀ ਕਿ ਇਨਵੈਂਟਰੀ, ਤੁਹਾਡੇ ਹੀ ਪ੍ਰੋਗਰਾਮ ਤੇ ਬੀੜ ਦਿਖਾਈ ਗਈ ਜਿਹੜੀ ਕਿਸੇ ਸੁਧਾਈ ਕੀਤੀ ਕਿਸੇ ਮਹਾਰਾਜ ਨੇ, 70 ਸਾਲ ਪੁਰਾਣੀ ਬੀੜ ਆ ਜਿਹਦੇ ਉੱਤੇ ਸੁਧਾਈ ਕੀਤੀ ਹੋਈ, ਤੁਸੀਂ ਟੀਵੀ ਤੇ ਇੱਥੇ ਦਿਖਾਈ ਸੀ। ਸੋ ਏਦਾਂ ਦੀਆਂ ਹੋਰ ਵੀ ਕਈਆਂ, ਕਿਉਂਕਿ ਬੀੜਾਂ ਦੇ ਵਿੱਚ ਇੱਕ ਗੱਲ ਅਸੀਂ ਥੋੜੀ ਜੀ ਇੱਥੇ ਹੋਰ ਕਰਨੀ ਜ਼ਰੂਰੀ ਹੈ। ਬੀੜਾਂ ਦੇ ਵਿੱਚ ਡਿਫਰੈਂਟ ਸਾਈਜ਼ ਹੈਗੇ ਆ, ਡਿਫਰੈਂਟ ਉਹਦਾ ਫੌਂਟ ਸਾਈਜ਼ ਵੀ ਬਦਲਦਾ ਰਿਹਾ, ਲੋਕਾਂ ਨੇ ਡਿਫਰੈਂਟ ਤਰ੍ਹਾਂ ਨਾਲ ਛਾਪੀਆਂ, ਕਈਆਂ ਨੇ ਉਹਨੂੰ ਕਿਸ ਫਾਰਮ ਵਿੱਚ ਛਾਪੀਆਂ ਸੇ ਤਾਂ ਕਿ ਮੈਂ ਉਹਨੂੰ ਹਰ ਵੇਲੇ ਨਾਲ ਰੱਖ ਸਕਾਂ। ਛੋਟੀ ਬੀੜ, ਵੱਡੀ ਬੀੜ, ਫਲਾਣੀ ਇੱਦਾਂ ਦੀ ਹੈਗੀ। ਤੁਸੀਂ ਹੁਣੀ ਦੇਖਿਆ ਹੋਣਾ ਇੱਕ ਬੀੜ ਬੜੀ ਸੋਸ਼ਲ ਮੀਡੀਆ ਤੇ ਚੱਲ ਰਹੀ ਸੀ, 1.5 ਇੰਚ ਮੋਟੀ ਬੀੜ, ਸਿਰਫ 1.5 ਇੰਚ ਸਾਈਜ਼ ਦੀ। ਇੱਥੇ ਥੋੜਾ ਜਿਹਾ ਮੇਰਾ ਕੁਐਸਚਨ ਹੈ ਔਰ ਮੈਨੂੰ ਅਜੇ ਤੱਕ ਇਹਦਾ ਆਨਸਰ ਕਈ ਵਾਰੀ ਨਹੀਂ ਮਿਲਿਆ। ਮੈਂ ਜਦੋਂ ਅਸੀਂ ਛਪਾਈ ਕਰਦੇ ਹਾਂ, ਜਿੰਨਾ ਚਿਰ ਤੱਕ ਅਸੀਂ ਬਾਈਂਡਿੰਗ ਨਹੀਂ ਕੀਤੀ, ਉਹ ਗੁਰੂ ਗ੍ਰੰਥ ਸਾਹਿਬ ਤਾਂ ਬਣਿਆ ਹੀ ਨਹੀਂ। ਮੈਂ ਜੇ ਅੰਗ ਇੱਥੇ ਵੀ ਛਾਪ ਲਏ, ਜੇ ਉਹ ਕਹਿਣ ਅਸੀਂ ਬੀੜਾਂ ਨਹੀਂ ਛਾਪੀਆਂ, ਮੈਂ ਅੰਗ ਛਾਪੇ, ਹਾਊ ਕੈਨ ਆਈ ਪ੍ਰੂਵ ਕਿ ਇਹ ਬੀੜ ਛਪ ਰਹੀ? ਬੀੜ ਤਾਂ ਉਦੋਂ ਹੀ ਛਪੇਗੀ, ਬਣੇਗੀ ਨਾ ਜਦੋਂ ਮੈਂ 1430 ਅੰਗ ਲੈ ਕੇ ਉਹਨੂੰ ਬਾਈਂਡ ਕਰਾਂਗਾ। ਤੇ ਮੰਨ ਲਓ ਮੈਂ ਉਹਦੇ ਵਿੱਚੋਂ ਸੈਂਚੀਆਂ ਕੱਢ ਲਈਆਂ,
700 ਪੇਜ ਦੀਆਂ, ਫਿਰ ਤੁਸੀਂ ਮੈਨੂੰ ਕਿੱਦਾਂ ਕੁਝ ਕਹੋਗੇ? ਫਿਰ ਤਾਂ ਮੈਂ ਕੋਈ ਬੇਅਦਬੀ ਨਹੀਂ ਕੀਤੀ ਜੀ। ਸੋ ਇਹ ਇੱਕ ਬੜਾ ਇੰਪੋਰਟੈਂਟ ਇਸ਼ੂ ਹੈ ਜਿਹੜਾ ਸਿੱਖਾਂ ਨੂੰ ਹੋਰ ਧਿਆਨ ਰੱਖਣਾ ਪਏਗਾ। ਮੈਂ ਇਸ ਬਾਰੇ ਇਹ ਪੱਕਾ ਵਿਸ਼ਵਾਸ ਰੱਖਦਾ ਕਿ ਜਿਹੜੀ ਵੀ ਬਾਣੀ ਦੀ ਪ੍ਰਿੰਟਿੰਗ ਹੈ ਉਹ SGPC ਕੋਲ ਹੀ ਹੋਣੀ ਚਾਹੀਦੀ, ਇੱਕ ਸੰਸਥਾ ਕੋਲ। ਪਹਿਲਾਂ ਪਿੱਛੇ ਜੀ ਜਦੋਂ ਰੌਲਾ ਪਿਆ ਸੀ, ਕਹਿੰਦੇ ਸੀ ਕਿ ਯੂਬਾ ਸਿਟੀ ਦੇ ਵਿੱਚ ਥਾਂ ਅਲਾਟ ਕੀਤਾ ਗਿਆ ਆ ਟਾਇਰਾ ਬੋਇਨਾ ਗੁਰਦੁਆਰਾ ਸਾਹਿਬ ਦੇ ਲਾਗੇ, ਜ਼ਮੀਨ ਹਾਲੇ ਵੀ ਉੱਥੇ ਕਹਿੰਦੇ ਪਈ ਹੈਗੀ ਆ, ਵੀ SGPC ਨੇ ਕਿਹਾ ਸੀ ਕਿ ਉੱਥੇ ਜਿਹੜੀ ਛਪਾਈ ਹੋਇਆ ਕਰੇਗੀ ਗੁਰੂ ਸਾਹਿਬ ਦੀਆਂ ਬੀੜਾਂ ਦੀ, ਤੇ ਉਹ ਫਿਰ ਮੁੜ ਕੇ ਗੱਲ ਕਿਸੇ ਸਿਰੇ ਨਹੀਂ ਲੱਗੀ। ਤੇ ਉਸ ਤੋਂ ਬਾਅਦ ਫਿਰ ਤੁਸੀਂ ਜਾਣਦੇ ਹੋ ਸਾਡੇ ਸ਼ਹਿਰ 'ਚ ਤਾਂ ਅਚਾਨਕ ਹੀ ਸਾਰਿਆਂ ਦੇ ਸਾਹਮਣੇ ਗੱਲ ਆ ਗਈ ਕਿ ਘਰੇ ਛਪਾਈ ਹੋ ਰਹੀ ਹੈਗੀ ਆ। ਸੋ ਪਰ ਹੁਣ ਦਿੱਲੀ 'ਚ ਤੇ ਕਹਿ ਲਓ ਕਿ ਅੰਮ੍ਰਿਤਸਰ ਦੇ ਵਿੱਚ ਹੀ ਛਪਾਈ ਹੁੰਦੀ ਆ, ਤੇ ਇਹ ਜਿਹੜਾ ਸਾਰਾ ਸਿਸਟਮ ਹੈ, ਜਿਹੜਾ ਪ੍ਰੋਟੋਕਾਲ ਫੋਲੋ ਕਰਨ ਦੀ ਅਸੀਂ ਗੱਲ ਕਰਦੇ ਆ, ਇਹ ਉੱਥੋਂ ਹੀ ਸ਼ੁਰੂਆਤ ਹੋਣੀ ਚਾਹੀਦੀ ਹੈ, ਉਹਨਾਂ ਵੱਲੋਂ ਹੀ ਕਰਨੀ ਚਾਹੀਦੀ ਹੈ। ਉੱਥੋਂ ਹੀ ਸ਼ੁਰੂਆਤ ਹੋਣੀ ਚਾਹੀਦੀ ਹੈ। ਉਹਨਾਂ ਨੂੰ ਬੈਠ ਕੇ ਸਿਰ ਜੋੜ ਕੇ ਸਾਰਿਆਂ ਨੂੰ ਇੱਕ ਪ੍ਰੋਟੋਕਾਲ ਬਣਾਉਣਾ ਚਾਹੀਦਾ, ਉਹਦੇ ਵਿੱਚ ਬਕਾਇਦਾ ਸਿਸਟਮ ਬਣਾਉਣ ਕਿ ਅੱਜ ਤੋਂ ਬਾਅਦ ਅਸੀਂ ਇਸ ਤਰੀਕੇ ਨਾਲ ਕੋਡ ਦਾ ਡਿਜ਼ਾਈਨ ਹੋਵੇ, ਕੋਡ ਦਾ ਡਿਜ਼ਾਈਨ ਵਿੱਚ ਬੈਚ ਨੰਬਰ, ਡੇਟ ਆਫ ਪ੍ਰਿੰਟਿੰਗ, ਕਿੰਨੀਆਂ ਉਸ ਵੇਲੇ ਛਪੀਆਂ, ਠੀਕ ਹੈ, ਸੋ ਕਿੱਥੇ ਕੀ ਕਿਹੜਾ ਕਿਹੜਾ ਨੰਬਰ ਉਸ ਵੇਲੇ ਆਇਆ, ਸਭ ਕੁਝ ਲਿਖਿਆ ਜਾ ਸਕਦਾ। ਇੰਨੀ ਵੱਡੀ ਇਸ ਵੇਲੇ ਕੋਡ ਜਿਹੜਾ ਮੈਕਸਿਮਮ QR ਕੋਡ ਹੈ ਉਹ ਤਕਰੀਬਨ 170 ਕਰੈਕਟਰ ਲੈ ਲੈਂਦਾ। 170 ਕਰੈਕਟਰ ਬਹੁਤ ਹੁੰਦੇ ਆ ਜੀ, ਬਹੁਤ ਜ਼ਿਆਦਾ ਹੈਗੇ ਆ, ਜਿਹਦੇ ਵਿੱਚ ਕਈ ਕੁਛ ਆ ਜਾਂਦਾ, ਕਿਉਂਕਿ ਉਹ ਹਰ ਹੁਣ ਤੁਸੀਂ ਦੇਖੋ ਕਿ ਜੇ ਅਸੀਂ ਦੇਖੀਏ ਕਿ Amazon ਦੀ ਵਰਕਿੰਗ ਦੇਖੀਏ ਜਾਂ Google ਦੀ ਵਰਕਿੰਗ ਦੇਖੀਏ ਜਾਂ UPS ਦੀ ਵਰਕਿੰਗ ਦੇਖੀਏ, FedEx ਦੀ ਵਰਕਿੰਗ ਦੇਖੀਏ, ਇੱਕ ਦਿਨ ਵਿੱਚ ਉਹ ਕਿੰਨੇ ਮਿਲੀਅਨਸ ਆਫ ਆਰਟੀਕਲਸ ਡਿਲੀਵਰ ਕਰਦੇ ਆ ਔਰ ਕਿੰਨੀ ਐਕੂਰੇਸੀ ਨਾਲ ਡਿਲੀਵਰ ਕਰਦੇ ਆ। ਤੁਹਾਨੂੰ 1 ਮਿੰਟ ਪਤਾ ਹੁੰਦਾ ਕਿ ਮੇਰੇ ਘਰ ਕਿੰਨੇ ਵਜੇ ਲੋਕੇਸ਼ਨ ਹੋਈ ਕਿ ਨਹੀਂ ਹੋਈ, ਤੁਹਾਨੂੰ ਮੈਸੇਜ ਆ ਰਿਹਾ ਹੈਗੇ, ਮੈਸੇਜ ਆ ਰਿਹਾ। ਇਹਦਾ ਮਤਲਬ ਕੀ ਹੈ ਕਿ ਟੈਕਨੋਲੋਜੀ ਅਵੇਲੇਬਲ, ਸਕੈਨ ਕਰਕੇ ਦੱਸ ਦਿੰਦੇ ਆ ਕਿਹੜੀ ਲੋਕੇਸ਼ਨ ਤੇ ਤੁਸੀਂ ਕਿਤੇ ਸ਼ਾਪਿੰਗ ਕਰਨ ਜਾਂਦੇ ਆ, ਤੁਸੀਂ ਕੁਝ ਤੁਹਾਨੂੰ ਪਸੰਦ ਆਉਂਦਾ ਉਸ ਸਟੋਰ 'ਚ ਅਵੇਲੇਬਲ ਨਹੀਂਗਾ, ਤੁਸੀਂ ਪੁੱਛਦੇ ਆ, ਉਹ ਉੱਥੇ ਖੜੇ ਤੁਹਾਡੇ ਸਾਹਮਣੇ ਟਰੈਕਰ ਸਕੈਨ ਕਰਕੇ ਉਹ ਦੱਸ ਦਿੰਦੇ ਆ ਕਿ ਕਿਹੜੀ ਲੋਕੇਸ਼ਨ ਤੇ ਪੇਅਰ ਪਿਆ ਆ ਤੁਹਾਡੇ ਸਾਈਜ਼ ਦਾ। ਫਿਰ ਅਸੀਂ ਆਪਣੇ ਗੁਰੂ ਨੂੰ ਲੈ ਕੇ ਇੰਨੇ ਕਿਉਂ ਅਣਗਹਿਲੀ ਕਰ ਰਹੇ ਹੈਗੇ? ਸਿਰਫ ਇਹਦਾ ਮਤਲਬ ਇਹ ਹੈ ਕਿ ਅਸੀਂ ਇੰਪਲੀਮੈਂਟੇਸ਼ਨ ਤੇ ਅੜੇ ਹੋਏ ਆ। ਅਸੀਂ ਸਿਰਫ ਤੇ ਸਿਰਫ ਸਿਸਟਮ ਨੂੰ ਫੋਲੋ ਕਰਨਾ ਤੇ ਇੰਪਲੀਮੈਂਟ ਕਰਨ ਵਿੱਚ ਅਸੀਂ ਯੂਜ਼ ਹੀ ਨਹੀਂ ਕਰ ਰਹੇ ਆਪਣਾ। ਕਿ ਲੈ ਬਈ ਅਸੀਂ ਆ ਕੇ, ਮੈਨੂੰ ਤਾਂ ਸਮਝ ਨਹੀਂ ਆਉਂਦੀ ਕਿ ਵੀ ਸ਼ੁੱਡ ਯੂਜ਼ ਆਵਰ ਬ੍ਰੇਨ, ਇੰਟੈਲੈਕਚੁਅਲਿਜ਼ਮ। ਟੈਕਨੋਲੋਜੀ ਬਦਲ ਰਹੀ, ਉਹਦੇ ਵਿੱਚ ਅਸੀਂ ਇਹ ਯੂਜ਼ ਕਰੀਏ, ਆਪਣਾ ਸਾਰਾ ਸਿਸਟਮ ਯੂਜ਼ ਕਰੀਏ ਔਰ ਬਣਾ ਕੇ ਕਿ ਲੋ ਜੀ ਇਹ ਸਿਸਟਮ ਹੋਏਗਾ ਸਾਡੇ ਕੋਲ, ਇਸ ਸਿਸਟਮ ਨਾਲ ਅਸੀਂ ਹਰ ਚੀਜ਼ ਆਇਡੈਂਟੀਫਾਈ ਕਰਾਂਗੇ, ਪੜਾਂਗੇ, ਇਹਨੂੰ ਇਸ ਤਰੀਕੇ ਨਾਲ ਕਰਾਂਗੇ। ਸੋ ਇਹ ਤਾਂ ਇਮੀਡੀਏਟਲੀ SGPC ਤਾਂ ਇਮੀਡੀਏਟਲੀ ਸੋਚਣਾ ਚਾਹੀਦਾ। ਉਹਨਾਂ ਨੂੰ ਇਹਨੂੰ ਐਜ਼ ਅ ਪ੍ਰੈਸਟੀਜ ਇਸ਼ੂ ਨਹੀਂ ਬਣਾਉਣਾ ਚਾਹੀਦਾ। ਉਹਨਾਂ ਨੂੰ ਕਹਿੰਦੇ ਠੀਕ ਹੈ ਅਸੀਂ ਇੰਪਲੀਮੈਂਟ ਕਰਾਂਗੇ ਐਜ਼ ਕੁਇਕਲੀ ਐਜ਼ ਪੋਸੀਬਲ। ਅੱਛਾ, ਕਿਸੇ ਆਰਗੇਨਾਈਜੇਸ਼ਨ ਨੇ ਜਾਂ ਸਤਕਾਰ ਕਮੇਟੀ ਨੇ ਜਾਂ ਹੋਰ ਕਿਸੇ ਸਿੱਖ ਜਥੇਬੰਦੀ ਨੇ ਇਹੋ ਜਿਹਾ ਕੋਈ ਪ੍ਰੋਟੋਕਾਲ ਅੱਗੇ ਲਿਆ ਕੇ SGPC ਤੇ ਰੱਖਿਆ ਕਿ ਤੁਸੀਂ ਇਹਨੂੰ ਫੋਲੋ ਕਰੋ? ਦੇਖੋ ਮੈਂ ਤਾਂ ਕੋਈ ਦੇਖਿਆ ਨਹੀਂ ਅਜੇ ਤੱਕ ਮੈਂ ਕੋਈ ਨਹੀਂ ਦੇਖਿਆ। ਈਵਨ ਜਿਹੜੇ ਸਤਕਾਰ ਕਮੇਟੀ ਵਾਲੇ ਕਈ ਵਾਰੀ ਬੀੜਾਂ ਲੈ ਕੇ ਚਲੇ ਜਾਂਦੇ ਆ, ਉਹਨਾਂ ਦੀ ਲੋਕੇਸ਼ਨ ਕੀ ਹੈ? ਹਾਊ ਕੈਨ ਯੂ ਟਰਸਟ them ਕਿ ਉਹ ਬੀੜ ਜਿਹੜੀ ਆ ਕਿਸੇ ਗਲਤ ਹੱਥਾਂ 'ਚ ਨਹੀਂ ਜਾ ਰਹੀ? ਉਹਨਾਂ ਨੂੰ ਕੀ ਆਥੋਰਾਈਜ਼ੇਸ਼ਨ ਹੈ? ਆਰ ਦੇ ਆਥੋਰਾਈਜ਼ਡ ਬਾਈ SGPC? ਆਰ ਦੇ ਆਥੋਰਾਈਜ਼ਡ ਬਾਈ ਸਮਬਡੀ? ਉਹ ਜਿਹੜੀ ਬੀੜ ਲੈ ਕੇ ਜਾਂਦੇ ਆ ਉਹਦਾ ਕੀ ਕਰਦੇ ਆ? ਬੜਾ ਵੱਡਾ ਸਵਾਲ ਹੈ, ਬਿਲਕੁਲ ਸਹੀ ਕਿਹਾ ਤੁਸੀਂ। ਤੇ ਜੇ ਤੁਹਾਡੇ ਕੋਲੋਂ ਕੰਟਰੋਲ ਹੀ ਨਹੀਂ ਹੋਏਗਾ, ਇਨਵੈਂਟਰੀ ਨਹੀਂ ਹੋਏਗੀ, ਕੁਝ ਵੀ ਨਹੀਂ ਹੋਏਗਾ, ਤੁਸੀਂ ਕੀ ਕਰ ਸਕਦੇ ਹੋ ਉਹਦਾ? ਕੋਈ ਕਿੱਦਾਂ ਦੇ ਕੱਪੜੇ ਪਾ ਕੇ, ਕੋਈ ਕੁਝ ਬਣ ਕੇ, ਪੁਲਿਸ ਵਾਲਾ ਬਣ ਕੇ ਜਾਂ ਕੋਈ ਚੀਜ਼ ਬਣ ਕੇ ਤੁਹਾਡੇ ਕੋਲੋਂ ਬੀੜ ਲੈ ਜਾਂਦਾ, ਚੁੱਕ ਕੇ ਜ਼ਬਰਦਸਤੀ ਲੈ ਜਾਂਦਾ। ਜਾਂ 4 ਬੰਦੇ ਆਉਂਦੇ ਆ, 5 ਬੰਦੇ ਆਉਂਦੇ ਆ, ਜਿੱਦਾਂ ਪਿੱਛੇ ਉਹਦੇ ਘਰਾਂ ਚੋਂ ਲੈ ਗਏ, ਤੁਸੀਂ ਕੀ ਕਹੋਗੇ? ਤੁਹਾਨੂੰ ਕੀ ਪਤਾ ਉਹ ਮਹਾਰਾਜ ਦਾ ਸਰੂਪ ਕਿੱਥੇ ਗਿਆ? ਕਿਉਂਕਿ ਟਰੈਕਿੰਗ ਵੀ ਕੋਈ ਨਹੀਂ।
ਅੱਛਾ, ਬਾਹਰਲੇ ਮੁਲਕਾਂ ਦੇ ਵਿੱਚ ਅਸੀਂ ਹਮੇਸ਼ਾ ਬੈਠੇ ਚਿੰਤਤ ਰਹਿੰਦੇ, ਅਸੀਂ ਹਮੇਸ਼ਾ ਇਹੋ ਜਿਹੇ ਵੈਸੇ ਮੈਂ ਹਮੇਸ਼ਾ ਮੀਡੀਆ ਨਾਲ ਜੁੜੇ ਰਹੀਦਾ, ਆਪਾਂ ਦੇਖਦੇ ਰਹੀਦਾ, ਹੋਰ ਚੈਨਲਸ ਵੀ, ਹੋਰ ਟੀਵੀ ਮਾਧਿਅਮ ਰਾਹੀਂ ਵੀ। ਜਦੋਂ ਅਸੀਂ ਪੰਜਾਬ ਦੀ ਗੱਲ ਕਰਦੇ ਆ, ਉੱਥੋਂ ਬਹੁਤ ਘੱਟ ਇਹੋ ਜਿਹੀਆਂ ਵਿਵਾਦ ਹੁੰਦੇ, ਉੱਥੋਂ ਬਹੁਤ ਘੱਟ ਡਿਸਕਸ਼ਨਸ ਹੁੰਦੀਆਂ ਇਹੋ ਜਿਹੀਆਂ। ਉਹ ਲੋਕ ਇਸ ਗੱਲ ਨੂੰ ਸਿਰਫ ਇੱਕ ਨਿਊਜ਼ ਵਾਂਗੂ ਨਿਊਜ਼ ਦੇ ਦਿੰਦੇ ਹੈਗੇ ਕਿ ਆਹ ਹੋ ਗਿਆ, ਇੱਥੇ ਧਰਨਾ ਲੱਗ ਗਿਆ, ਇੱਥੇ ਆਹ ਹੋ ਗਿਆ, ਪਰ ਉਹ ਕੋਈ ਚਿੰਤਾਜਨਕ ਇਦਾਂ ਕੋਈ ਵਿਸ਼ਾ ਬੈਠ ਕੇ ਡਿਸਕਸ ਨਹੀਂ ਕੀਤਾ ਜਾਂਦਾ। ਪਰ ਸਾਡੇ ਬਾਹਰਲੇ ਮੁਲਕਾਂ 'ਚ ਹਰ ਸਿੱਖ ਇਸ ਗੱਲ ਨੂੰ ਲੈ ਕੇ ਡਿਸਕਸ ਕਰਦਾ ਕਿ ਇਹ ਕਿਵੇਂ ਅਸੀਂ ਰੋਕ ਸਕਦੇ ਹਾਂ। ਪਿੱਛੇ ਜੇ ਕਿਹਾ ਗਿਆ ਸੀ ਕਿ ਗੁਰਦੁਆਰਿਆਂ ਦੇ ਵਿੱਚ CCTV ਕੈਮਰੇ ਲਾ ਦਿੱਤੇ ਜਾਣ ਤਾਂ ਕਿ ਪਤਾ ਰਵੇ ਕਿ ਕੋਈ ਬੇਅਦਬੀ ਕਾਰਨ ਤਾਂ ਨਹੀਂ ਆ ਰਿਹਾ, ਕਿ ਕੋਈ ਇੱਥੇ ਕੁਝ ਹੋ ਤਾਂ ਨਹੀਂ ਰਿਹਾ, ਪਰ ਉਹ ਹਾਲੇ ਸਾਰਾ ਕੁਝ ਫੇਰ ਵੀ ਹੋ ਰਿਹਾ, CC ਕੈਮਰੇ ਲੱਗਣ ਦੇ ਬਾਵਜੂਦ ਵੀ ਹੋ ਰਿਹਾ। ਉਹਦਾ ਬੇਸਿਕ ਉੱਥੇ ਜਿਹੜਾ ਸਭ ਤੋਂ ਇੰਪੋਰਟੈਂਟ ਹੈ ਅਗਿਆਨਤਾ। ਐਜੂਕੇਸ਼ਨ ਸਿਸਟਮ ਔਰ ਸਿਸਟਮ ਪਹਿਲੀ ਚੀਜ਼ ਸਿੱਖੀ ਜਿਹੜੀ ਚੀਜ਼ ਸਿਖਾਉਂਦੀ ਹੈ ਉਹ ਹੈ ਕੁਐਸਚਨ ਕਰਨਾ। ਅਸੀਂ ਉਹ ਕੁਐਸਚਨ ਕਰਨਾ ਗੁਰਦੁਆਰਿਆਂ 'ਚ ਵੀ ਬੰਦ ਕਰ ਦਿੱਤਾ ਜੀ ਤੇ ਘਰਾਂ ਵਿੱਚ ਵੀ ਬੰਦ ਕਰ ਦਿੱਤਾ। ਗੁਰੂ ਮਹਾਰਾਜ ਨੇ ਸਾਨੂੰ ਐਜੂਕੇਸ਼ਨ ਸਿਸਟਮ ਲਿਟਰਲ ਸਿਸਟਮ ਦਿੱਤਾ ਸੀ ਕਿ ਸੰਵਾਦ ਕਰੋ, ਕੁਐਸਚਨ ਪੁੱਛੋ। ਅਸੀਂ ਗੁਰਦੁਆਰਿਆਂ 'ਚ ਸਿਰਫ ਇੱਕ ਪਾਸੇ ਵਨ ਵੇ ਕਰ ਦਿੱਤਾ, ਮੈਂ ਬੋਲਾਂਗਾ ਤੁਸੀਂ ਸੁਣੋ। ਰਾਗੀ ਸਿੰਘ ਬੋਲਦੇ ਆ, ਕੀਰਤਨ ਕਰਦੇ ਆ, ਤੁਸੀਂ ਸੁਣੋ ਬੈਠ ਕੇ, ਦੈਟਸ ਇਟ। ਪੈਸੇ ਮੱਥਾ ਟੇਕੋ ਐਂਡ ਦੈਟ ਜਾਓ ਘਰ, ਪ੍ਰਸ਼ਾਦ ਲਾਓ, ਲੰਗਰ ਛਕੋ, ਤੁਸੀਂ ਆਪਣੇ ਘਰ, ਤਾਂ ਗੱਲ ਨਿਬੜੀ। ਜਿੰਨਾ ਚਿਰ ਤੱਕ ਤੁਸੀਂ ਬੈਠ ਕੇ ਵਿਚਾਰ ਨਹੀਂ ਕਰੋਗੇ, ਉੱਥੇ ਕੁਐਸਚਨ ਨਹੀਂ ਕਰੋਗੇ, ਉਨਾ ਚਿਰ ਤੱਕ ਇਹ ਸਿਸਟਮ ਅੱਗੇ ਨਹੀਂ ਵਧਣਗੇ। ਸੋ ਬਾਹਰਲੇ ਮੁਲਕਾਂ ਦੀਆਂ ਕੁਝ ਸਿੱਖ ਆਰਗੇਨਾਈਜੇਸ਼ਨਸ ਜਾਂ ਕੋਈ ਸਾਡੇ ਸੁਲਝੇ ਹੋਏ ਜਿਹੜੇ ਸਾਡੇ ਸਿੱਖ ਆ, ਜਿਨ੍ਹਾਂ ਨੇ ਬੜੀਆਂ ਕਹਿ ਲਓ ਕਿ ਹਰ ਇੱਕ ਫੀਲਡ ਦੇ ਵਿੱਚ ਅੱਗੇ ਵੱਧ ਕੇ ਕੁਛ ਨਾ ਕੁਛ ਚੇਂਜ ਲਿਆਉਣ ਦੀ ਕੋਸ਼ਿਸ਼ ਕੀਤੀ, ਉਹਨਾਂ ਵੱਲੋਂ ਕੋਈ ਉਪਰਾਲਾ ਕੀਤਾ ਜਾ ਰਿਹਾ ਕਿ ਇਹੋ ਜਿਹਾ ਕੁਛ ਮਤਾ, ਇਹੋ ਜਿਹਾ ਕੁਛ ਲਿਖ ਕੇ SGPC ਤੱਕ ਪਹੁੰਚਦਾ ਕੀਤਾ ਜਾ ਸਕੇ ਕਿ ਆਹ ਪ੍ਰੋਟੋਕਾਲ ਫੋਲੋ ਹੋਣਾ ਚਾਹੀਦਾ, ਅਸੀਂ ਆਹ ਚਾਹੁੰਦੇ ਹੈਗੇ ਆ? ਦੇਖੋ, ਪ੍ਰਪੋਜ਼ਲ ਤਾਂ ਭੇਜੀਆਂ ਜਾ ਰਹੀਆਂ, ਮੈਂ ਇਹ ਸੁਣਿਆ 2-3 ਬੰਦਿਆਂ ਤੋਂ ਕਿ ਏਦਾਂ ਦੀ ਪ੍ਰਪੋਜ਼ਲ ਪ੍ਰੋਟੋਕੋਲਸ ਦੀਆਂ ਕਿ ਬਣਾਓ, ਪਰ ਜਿਹੜਾ ਐਗਜ਼ੈਕਟ ਪ੍ਰੋਟੋਕੋਲ ਆ ਉਹ ਕਿੱਦਾਂ ਬਣੇਗਾ, ਕੀ ਫਾਈਨਲ ਸ਼ੇਪ ਹੋਏਗੀ, ਇਹ ਉੱਥੋਂ ਦਾ ਸਿਸਟਮ ਨੂੰ ਧਿਆਨ ਵਿੱਚ ਰੱਖਦੇ ਹੋਏ ਹੀ ਬਣੇਗਾ। ਕਿੱਦਾਂ ਦਾ ਬਣੇ, ਮਤਲਬ ਕਿੰਨੀ ਐਟ ਏ ਬੈਚ ਟਾਈਪ ਕਿੱਦਾਂ ਦਾ ਹੋਏਗਾ, ਕਿੱਦਾਂ ਬਣਾਇਆ ਜਾਏਗਾ, ਕਿੰਨੀ ਉਹਦਾ ਡਿਮਾਂਡ ਹੈ, ਕਿੰਨੀ ਉਹਦੀ ਉਹ ਹੈ, ਸਾਰਾ ਕੁਝ ਉਹਨੂੰ ਮਤਲਬ ਹਰ ਚੀਜ਼ ਨੂੰ ਤੁਹਾਨੂੰ ਟੈਕਨੀਕਲੀ ਦੇਖਣਾ ਪਏਗਾ। ਪਰ ਵਾਂਸ ਇੱਕ ਵਾਰੀ ਬਣ ਜਾਂਦਾ, ਇਹ ਨਹੀਂ ਕਿ ਫਿਰ ਉਹ ਫਿਕਸਡ ਹੈ। ਮੈਂ ਇਸ ਹੱਕ 'ਚ ਨਹੀਂ ਕਿ ਜੇ ਇੱਕ ਵਾਰੀ ਬਣ ਗਿਆ ਤਾਂ 100 ਸਾਲ ਉਹਨੂੰ ਬਦਲੋ ਹੀ ਨਾ, ਕਿਉਂਕਿ ਟੈਕਨੋਲੋਜੀ ਅੱਗੇ ਵਧੀ ਜਾ ਰਹੀ ਹੈ। ਬਿਲਕੁਲ ਜੀ, ਗਾਂ ਦੀ ਗਾਂ ਤੁਸੀਂ ਜੇ ਸੌਖੀ ਹੋ ਰਹੀ ਹੈ। ਉੱਥੇ ਖੜੇ ਰਹੋਗੇ ਤੇ ਤੁਸੀਂ ਪਿੱਛੇ ਰਹਿ ਜਾਓਗੇ। ਇਹ ਜਿੰਨੀਆਂ ਤੁਹਾਡੀਆਂ ਇਸ਼ੂਜ਼ ਆ ਰਹੇ ਆ, ਉਹ ਇਹੀ ਆ ਰਹੇ ਆ ਕਿ ਅਸੀਂ ਟੈਕਨੋਲੋਜੀ ਅੱਗੇ ਵੱਧ ਗਈ ਹੈ, ਅਸੀਂ ਪਿੱਛੇ ਰਹਿ ਗਏ। ਅਸੀਂ ਸਿੱਖੀ ਵਿੱਚ ਜਿਹੜੀ ਉਹਦੀ ਮੈਨੇਜਮੈਂਟ ਟੈਕਨੋਲੋਜੀ ਸੀ, ਮੈਂ ਬਾਣੀ ਦੀ ਨਹੀਂ ਗੱਲ ਕਰ ਰਿਹਾ, ਜਿਹੜੀ ਚੀਜ਼ ਅਸੀਂ ਆਰਗੇਨਾਈਜੇਸ਼ਨਲ ਮੈਨੇਜਮੈਂਟ ਕਰਨੀ ਸੀ, ਉਹਦੇ ਵਿੱਚ ਅਸੀਂ ਪਿੱਛੇ ਰਹਿ ਗਏ। ਇਹ ਜਿੰਨੇ ਇਸ਼ੂਜ਼ ਹੈਗੇ ਆ, ਜਿੰਨੇ ਵੀ ਤੁਸੀਂ ਇਹ ਇਸ਼ੂਜ਼ ਰੇਜ਼ ਕੀਤੇ, ਸਾਰੇ ਮੈਨੇਜਮੈਂਟ ਇਸ਼ੂਜ਼ ਆ। ਇਹਦੇ ਨਾਲ ਬਾਣੀ ਦਾ ਤਾਂ ਕੋਈ ਇਸ਼ੂ ਨਹੀਂ ਹੈ ਜੀ। ਤੇ ਜੇ ਮੈਨੇਜਮੈਂਟ ਨਵੀਆਂ ਦੁਨੀਆ ਦੇ ਵਿੱਚ ਡਿਫਰੈਂਟ ਟਾਈਪਸ ਦੀਆਂ ਮੈਨੇਜਮੈਂਟ ਆ ਗਈਆਂ, ਡਿਫਰੈਂਟ ਉਹਨੂੰ ਮੈਨੇਜ ਸਟਰਕਚਰਸ ਆ ਗਏ ਆ, ਤੇ ਕੀ SGPC ਦਾ ਮੈਨੇਜਮੈਂਟ ਸਟਰਕਚਰ ਨਹੀਂ ਬਦਲਣਾ ਚਾਹੀਦਾ? ਮੈਂ ਮੈਨੇਜਮੈਂਟ ਡੈਮੋਕ੍ਰੇਸੀਕਲ ਇਹ ਨਹੀਂ ਕਹਿ ਰਿਹਾ ਕਿ ਉਹ ਜਿਹੜੇ ਮੈਂਬਰ ਚੁਣੇ ਗਏ ਆ, ਉਹ ਜਿਹੜੇ ਉਹਦਾ ਵਰਕਿੰਗ ਇੰਟਰਨਲ ਵਰਕਿੰਗ ਸਿਸਟਮ ਹੈ ਜਿਹੜਾ ਵਰਕਿੰਗ ਸਿਸਟਮ, ਜੇ ਮੈਂ ਉਹ 100 ਸਾਲ ਪੁਰਾਣਾ ਹੀ ਲੈ ਕੇ ਚੱਲਾਂਗਾ ਤੇ ਚੋਰ ਤਾਂ ਅੱਗੇ ਵੱਧ ਗਏ ਆ, ਮੈਂ ਪਿੱਛੇ ਰਹਿ ਗਿਆ। ਬਿਲਕੁਲ ਜੀ, ਬਹੁਤ ਵਧੀਆ ਸਾਡੀ ਗੱਲਬਾਤ ਰਹੀ ਜੀ। ਸਮਾਂ ਵੀ ਜਿਹੜਾ ਸਾਡਾ ਕਹਿ ਰਿਹਾ ਕਿ ਸਾਡਾ ਜਾਣ ਦਾ ਹੋ ਗਿਆ, ਪਰ ਕੀ ਮੈਸੇਜ ਤੁਸੀਂ ਆਪਣੀਆਂ ਪੂਰੀ ਦੁਨੀਆ ਦੀਆਂ ਸਿੱਖ ਸੰਗਤਾਂ ਨੂੰ ਕੀ ਮੈਸੇਜ ਦੇਣਾ ਚਾਹੁੰਦੇ ਹੋ? ਕੀ ਕਰਨਾ ਚਾਹੀਦਾ ਸਾਨੂੰ? ਇੱਕ ਸਿੱਖ ਦੀ ਕੀ ਰਿਸਪੌਂਸਿਬਿਲਿਟੀ ਹੈ, ਇੱਕ ਸਿੱਖ ਦੀ ਕੀ ਜ਼ਿੰਮੇਵਾਰੀ ਹੈ? ਐਜ਼ ਏ ਸਿੱਖ ਸਾਰਿਆਂ ਨੂੰ ਐਟ ਲੀਸਟ ਜਿਹੜੇ ਲੇਟੈਸਟ ਮੈਨੇਜਮੈਂਟ ਦੇ ਤਰੀਕੇ ਹੈ
ਕੰਟਰੋਲ ਦੇ ਤਰੀਕੇ ਹੈ ਉਹ ਐਟਲੀਸਟ ਐਸਜੀਪੀਸੀ ਨੂੰ, ਅਕਾਲ ਤਖਤ ਨੂੰ ਬਾਰ-ਬਾਰ ਲਿਖ ਕੇ ਉਹਨਾਂ ਨੂੰ ਹਾਈਲਾਈਟ ਕਰਨ ਕਿ ਪਲੀਜ਼ ਇਹਨਾਂ ਨੂੰ ਇੰਪਲੀਮੈਂਟ ਕਰੋ। ਕਿਉਂਕਿ ਜੇ ਇਹ ਇੰਪਲੀਮੈਂਟ ਨਾ ਕੀਤੇ ਗਏ ਆਉਣ ਵਾਲੇ 10-15 ਸਾਲ ਵਿੱਚ ਇਹ ਪ੍ਰੋਬਲਮਸ ਹੋਰ ਜ਼ਿਆਦਾ ਵੱਧ ਜਾਣਗੀਆਂ। ਕਿਉਂਕਿ ਹੁਣ ਦੇਖੋ ਉਸ ਤੋਂ ਬਾਅਦ ਹੁਣ ਟੈਕਨੋਲੋਜੀ ਇਹ ਹੈ ਕਿ ਤੁਹਾਡੇ ਸੈੱਲ ਫੋਨ ਵਿੱਚ ਗੁਰੂ ਗ੍ਰੰਥ ਸਾਹਿਬ ਹੈ, ਤੁਹਾਡੇ ਕੋਲ ਫਲੈਸ਼ ਡਰਾਈਵ ਤੇ ਗੁਰੂ ਗ੍ਰੰਥ ਸਾਹਿਬ ਹੈ, ਤੁਹਾਡੇ ਕੋਲ ਹਰ ਥਾਂ ਤੇ ਸੌਫਟ ਕਾਪੀਜ਼ ਹੈਗੀਆਂ। ਸੌਫਟ ਕਾਪੀਜ਼ ਦੀ ਐਕੂਰੇਸੀ ਨੂੰ ਕਿੱਦਾਂ ਮੇਨਟੇਨ ਕਰੋਗੇ? ਸੌਫਟ ਕਾਪੀਜ਼ ਕੈਨ ਬੀ ਚੇਂਜਡ ਐਟ ਐਨੀ ਟਾਈਮ। ਕੋਈ ਵੀ ਬੰਦਾ ਸੌਫਟ ਕਾਪੀ ਕਦੇ ਵੀ ਚੇਂਜ ਕਰ ਸਕਦਾ। ਸਿਰਫ ਇੱਕ ਹਾਰਡ ਕਾਪੀ ਐਸੀ ਹੈ ਜਿਹਦੀ ਚੇਂਜ ਕਰਨੀ ਬੜੀ ਮੁਸ਼ਕਲ ਹੈ। ਜੀ ਬਿਲਕੁਲ। ਪਰ ਹਾਰਡ ਕਾਪੀ ਨੂੰ ਕੰਟਰੋਲ ਜਿਹੜਾ ਕਰਨਾ ਉਹ ਬੜਾ ਇੰਪੋਰਟੈਂਟ ਹੈ। ਕਿੱਧਰੋਂ ਹੋਰੋਂ ਨਾ ਛਪੇ, ਕੋਈ ਬਾਹਰਲਾ ਬੰਦਾ ਉਹਨੂੰ ਨਾ ਛਾਪ ਸਕੇ ਔਰ ਉਹਦੀ ਐਕੂਰੇਸੀ ਪੂਰੀ ਤਰ੍ਹਾਂ ਗਰੰਟੀ ਕੀਤੀ ਜਾਏ। ਇਹਦੇ ਬਾਰੇ ਸਾਰਿਆਂ ਨੂੰ ਵਰਕ ਕਰਨਾ ਚਾਹੀਦਾ। ਭਾਵੇਂ ਉਹ ਐਸਜੀਪੀਸੀ ਦੇ ਮੈਂਬਰਾਂ ਹੈ, ਭਾਵੇਂ ਉਹ ਅਕਾਲ ਤਖਤ ਨਾਲ ਹੈ, ਭਾਵੇਂ ਐਸਜੀਪੀਸੀ ਦੀ ਵਰਕਿੰਗ ਫੋਰਸ ਹੈ, ਭਾਵੇਂ ਕਿਸੇ ਵੀ ਗੁਰਦੁਆਰੇ ਵਾਲੇ ਬੈਠੇ ਆ। ਗੁਰਦੁਆਰੇ ਵਾਲਿਆਂ ਨੂੰ ਵੀ ਇਸ ਦੇ ਉੱਤੇ ਬੜਾ ਮੀਟਿੰਗਾਂ ਕਰਨੀਆਂ ਚਾਹੀਦੀਆਂ। ਇੱਥੋਂ ਦੇ ਸਪੈਸ਼ਲੀ ਕੈਨੇਡਾ, ਅਮਰੀਕਾ ਜਾਂ ਯੂਰਪ ਦੇ ਜਿਹੜੇ ਉੱਥੋਂ ਦੇ ਟੈਕਨੀਕਲ ਬੰਦੇ ਆ ਉਹਨਾਂ ਨੂੰ ਨਾਲ ਲੈ ਕੇ ਡਾਕਟਰ ਸਾਹਿਬ ਸਾਡੇ ਨਾਲ ਇੱਕ ਕਾਲਰ ਹੈ ਜੀ, ਜਾਣ ਤੋਂ ਪਹਿਲਾਂ ਇਹਨਾਂ ਨਾਲ ਗੱਲ ਕਰ ਲੈਂਦੇ ਆ। ਹਾਂਜੀ, ਸਵਾਗਤ ਹੈ ਜੀ ਤੁਹਾਡਾ ਸਾਂਝਾ ਟੀਵੀ ਤੇ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਬੇਟਾ। ਡਾਕਟਰ ਸਾਹਿਬ ਨੂੰ ਮੈਂ ਬੇਨਤੀ ਕਰਨੀ ਸੀ, ਦੇਖੋ ਆਪਣਾ ਗੋਰਿਆਂ ਦਾ ਧਰਮ, ਈਸਾਈਆਂ ਦਾ ਧਰਮ, ਇੱਥੇ ਕੋਈ ਇਲੈਕਸ਼ਨ ਨਹੀਂ ਹੁੰਦੀ। ਇਹ ਬੇਟਾ ਜਿਹੜੀ ਇਲੈਕਸ਼ਨ ਆ ਨਾ, ਕਿਉਂਕਿ ਉਹ ਸਿਆਸੀ ਬੰਦੇ ਹੁੰਦੇ ਆ ਤੇ ਉਹਨਾਂ ਨੂੰ ਇੰਟਰਸਟ ਹੁੰਦਾ ਚੌਧਰ ਕਰਨ ਦਾ ਇੱਕੋ ਹੀ ਜੀ। ਇਹ ਇਲੈਕਸ਼ਨ ਕਿਸੇ, ਵੈਸੇ ਦੇਖੋ ਕਿਸੇ ਧਰਮ ਵਿੱਚ ਨਹੀਂ ਵੈਸੇ ਤਾਂ ਇਹ ਹੈ ਜੀ। ਤੇ ਇਸ ਕਰਕੇ ਜਿਹੜਾ ਇਲੈਕਸ਼ਨ ਦਾ ਅਸੀਂ ਆਪਦੇ ਗਾਲੇ ਇਹ ਫਾਹਾ ਪਾਇਆ ਨਾ ਸ਼੍ਰੋਮਣੀ ਕਮੇਟੀ ਦਾ ਜੀ, ਇਹਦੇ ਕਰਕੇ ਬੇਟਾ ਸਾਰੀ ਇਹ ਪ੍ਰੋਬਲਮ ਆਈ ਆ। ਇਹਦਾ ਇੱਕੋ ਹੱਲ ਹੈਗਾ ਜੀ, ਬਈ ਇਲੈਕਸ਼ਨ ਦੀ ਥਾਂ ਤੇ ਇਲੈਕਟੋਰਲ ਕਾਲਜ ਬਣਨਾ ਚਾਹੀਦਾ। ਉਸ ਇਲੈਕਟੋਰਲ ਕਾਲਜ ਵਿੱਚ ਜਿੰਨੇ ਰਾਗੀ ਜਥੇ ਆ ਨਾ ਉਹੀ ਮੈਂਬਰ ਹੋਣੇ ਚਾਹੀਦੇ, ਕਿਉਂਕਿ ਰਾਗੀ ਜਥੇ ਜਿੰਨੇ ਵੀ ਉਹ ਬੜੇ ਚੰਗੇ ਲੋਕ ਆ, ਉਹਨਾਂ ਤੇ ਗੁਰੂ ਦੀ ਕਿਰਪਾ ਵਾ ਤੇ ਉਹ ਇਲੈਕਟੋਰਲ ਕਾਲਜ ਦੇ ਵਿੱਚ ਫਿਰ ਐਗਜ਼ੈਕਟਿਵ ਕਮੇਟੀ ਚੁਣਨ ਤੇ ਤਾਂ ਜਾ ਕੇ ਸੁਧਾਰ ਆਉਣਾ, ਤੇ ਨਹੀਂ ਤਾਂ ਬੜਾ ਔਖਾ ਜੀ। ਥੈਂਕ ਯੂ ਜੀ ਸਾਨੂੰ ਫੋਨ ਕਰਨ ਲਈ, ਥੈਂਕ ਯੂ ਜੀ। ਸੋ ਬਹੁਤ ਵਧੀਆ ਇਹਨਾਂ ਦਾ ਵੀ ਸਵਾਲ ਸੀਗਾ, ਪਰ ਸਾਡਾ ਸਮਾਂ ਹੋ ਗਿਆ ਜੀ। ਅਸੀਂ ਫਿਰ ਕਿਤੇ ਜ਼ਰੂਰ ਇਸ ਦੇ ਉੱਤੇ ਗੱਲਬਾਤ ਕਰਾਂਗੇ, ਡਿਸਕਸ ਕਰਾਂਗੇ। ਹਾਂਜੀ, ਤੇ ਕਿਉਂਕਿ ਠੀਕ ਹੈ ਰਾਗੀ ਸਾਹਿਬਾਨ, ਪਰ ਮੈਂ ਚਾਹਾਂਗਾ ਕਿ ਹੋਰ ਵੀ ਜਿਹੜੇ ਸੱਜਣ ਹੈਗੇ, ਜਿਹੜੇ ਰਾਗੀਆਂ ਤੋਂ ਇਲਾਵਾ ਟੈਕਨੀਕਲ ਜਿਹੜੀ ਮੈਨੇਜਮੈਂਟ ਗਰੁੱਪ ਹੈ ਉਹ ਅੱਛਾ ਹੋਣਾ ਚਾਹੀਦਾ, ਸਟਰੋਂਗ ਹੋਣਾ ਚਾਹੀਦਾ ਜੀ। ਬਿਲਕੁਲ, ਥੈਂਕ ਯੂ ਡਾਕਟਰ ਜਗਜੀਤ ਜੀ, ਤੁਹਾਡਾ ਬਹੁਤ ਵਧੀਆ ਲੱਗਾ ਤੁਹਾਡੇ ਨਾਲ ਗੱਲਬਾਤ ਕਰਕੇ। ਸੋ ਥੈਂਕ ਯੂ ਜੀ। ਸਾਰੇ ਸਰੋਤਿਆਂ ਨੂੰ ਵਾਹਿਗੁਰੂ ਜੀ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਬਿਲਕੁਲ ਜੀ, ਇਹ ਸਨ ਮੇਰੇ ਨਾਲ ਡਾਕਟਰ ਜਗਜੀਤ ਸਿੰਘ ਜੀ। ਬਹੁਤ ਵਧੀਆ ਗੱਲਬਾਤ ਕੀਤੀ ਤੇ ਵਾਕਈ ਸਾਨੂੰ ਸੋਚਣ ਦੀ ਲੋੜ ਹੈ। ਟੈਕਨੋਲੋਜੀ ਨੇ ਅੱਜ ਬੜੀ ਤਰੱਕੀ ਕਰ ਲਈ ਹੈ ਤੇ ਅਸੀਂ ਕਿਉਂ ਪਿੱਛੇ ਆ? ਕਿਉਂ ਅਸੀਂ ਆਏ ਦਿਨ ਇਹਨਾਂ ਵਿਵਾਦਾਂ 'ਚ ਘਿਰੇ ਰਹਿੰਦੇ ਆ? ਕਿਉਂ ਨਹੀਂ ਅਸੀਂ ਆਪੋ ਆਪਣਾ ਫਰਜ਼ ਪਹਿਚਾਣਦੇ? ਤੇ ਵਾਕਿਆ ਹੀ ਐਸਜੀਪੀਸੀ ਨੂੰ ਵੀ ਇਹੋ ਜਿਹੇ ਹੀ ਉਪਰਾਲੇ ਕਰਨੇ ਚਾਹੀਦੇ ਆ ਕਿ ਅਸੀਂ ਟਰੈਕ ਕਰੀਏ ਕਿ ਸਾਡੀਆਂ ਪਾਵਨ ਬੀੜਾਂ ਕਿੱਥੇ ਕਿੱਥੇ ਸਥਾਪਿਤ ਆ। ਸਾਨੂੰ ਹਰ ਇੱਕ ਪਲ ਦੀ ਖਬਰ ਹੋਣੀ ਚਾਹੀਦੀ ਹੈ ਤਾਂ ਕਿ ਕੁਝ ਇਹੋ ਜਿਹਾ ਮਾੜਾ ਹੋਣ ਤੋਂ ਪਹਿਲਾਂ ਹੀ ਸਾਨੂੰ ਪਤਾ ਲੱਗ ਜਾਵੇ ਕਿ ਸ਼ਾਇਦ ਇੱਥੇ ਸੇਫ ਨਹੀਂਗਾ ਗੁਰੂ ਸਾਹਿਬ ਦਾ ਸਰੂਪ, ਤੇ ਉੱਥੇ ਜਾ ਕੇ ਸਤਿਕਾਰ ਕਮੇਟੀ ਸਤਿਕਾਰ ਦੇ ਨਾਲ ਲਿਆਉਣ ਦੀ ਹੱਕਦਾਰ ਆ। ਵੈਸੇ ਧਰਨੇ ਲਾ ਕੇ ਅਸੀਂ ਹਮੇਸ਼ਾ ਇਹਨਾਂ ਵਿਵਾਦਾਂ ਦੇ ਵਿੱਚ ਘਿਰੇ ਰਹਿੰਦੇ ਆ, ਪਰ ਅਸੀਂ ਐਕਚੁਅਲ ਦੇ ਵਿੱਚ ਕੋਈ ਇਹੋ ਜਿਹਾ ਐਕਸ਼ਨ ਚੱਕੀਏ ਤਾਂ ਕਿ ਅਸੀਂ ਆਪਣੇ ਗੁਰੂ ਨੂੰ ਸੇਫ ਕਰ ਸਕੀਏ। ਸਾਡੇ ਲਈ ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਤੋਂ ਉੱਪਰ ਹੋਰ ਕੁਝ ਵੀ ਨਹੀਂਗਾ। ਉਮੀਦ ਕਰਦੀ ਹਾਂ ਅੱਜ ਦਾ ਪ੍ਰੋਗਰਾਮ ਤੁਸੀਂ ਪਸੰਦ ਕੀਤਾ ਹੋਵੇਗਾ। ਖਬਰਸਾਰ ਬਿਹਾਈਂਡ ਦਾ ਨਿਊਜ਼ ਵਿੱਚ ਕੱਲ ਤੁਹਾਡੇ ਨਾਲ ਮੁਲਾਕਾਤ ਹੋਵੇਗੀ, ਪਰ ਅੱਜ ਸ਼ਾਮੀ ਫੇਰ ਗੱਲਾਂ ਖਰੀਆਂ ਵਿੱਚ ਤੁਹਾਡੇ ਨਾਲ ਸ਼ਾਮਲ ਹੋਵਾਂਗੀ। ਮੇਰਾ ਸਾਥ ਦੇਣਗੇ ਰਫਤਾਰ ਸਿੰਘ ਗਿੱਲ। ਤਦ ਤੱਕ ਤੁਸੀਂ ਰੱਖਿਓ ਖਿਆਲ। ਮੇਰੇ ਵੱਲੋਂ ਦੇਖ ਰਹੇ ਸਾਰੇ ਹੀ ਪਰਿਵਾਰਾਂ ਨੂੰ ਪਿਆਰ, ਅਦਬ ਤੇ ਸਤਿਕਾਰ ਸਹਿਤ ਸਤਿ ਸ਼੍ਰੀ ਅਕਾਲ।